ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ, ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਵਿਗਨਨ ਕੀ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਦੋਹਰਾ ਤ੍ਰਿਪਦਾ ਛੰਦ। ਬਾਵਨ ਹੈ ਬਲ ਰਾਹੀ ਬੰਦਿਓ, ਬਲ ਬਾਲ ਬਧਿਓ ਪੁਨ ਪੇ ਨਰ ਸਿੰਘ। ਕਛਪ ਮਛ ਬਰਾ ਬਨੇ ਮ੍ਰਿਗ, ਰਾਕਸ਼ ਦੇਤ ਹਤੇ ਜਿਮ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਆਖਰੀ ਮੰਗਲਾ ਚਰਨ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 10 ਗੁਰੂਆਂ ਦੀ ਕਥਾ ਬਿਆਨ ਕਰਕੇ ਅਖੀਰ ਤੇ ਸਤਿਗੁਰਾਂ ਦਾ ਧੰਨਵਾਦ ਸ਼ੁਕਰੀਆ ਕਰਦੇ ਹੋਏ ਮਹਿਮਾ ਕੀਤੀ ਹੈ। ਆਪਾਂ 10 ਗੁਰੂਆਂ ਤੱਕ ਸਰਵਣ ਕੀਤੇ ਸੀ ਮੰਗਲਾ ਚਰਨ। ਅੱਗੇ ਪਰਮੇਸ਼ਰ ਦਾ ਮੰਗਲਾ ਚਰਨ ਵੀ ਕਰਦੇ ਆ ਔਰ ਪਰਮੇਸ਼ਰ ਨੂੰ ਕੀ ਕਹਿੰਦੇ ਹਨ ਭਾਈ ਸਾਹਿਬ ਜੀ। ਆਓ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਾਵਨ ਹੈ ਬਲ ਰਾਹੀ ਬੰਦਿਓ, ਬਲ ਬਾਲ ਬੰਦਿਓ ਪੁਨ ਪੇ ਨਰ ਸਿੰਘ। ਤਾਂ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਵਾਹ ਮਹਾਰਾਜ, ਪਹਿਲਾਂ ਤੁਸੀਂ ਇੱਕ 52 ਰੂਪ ਹੋ ਕੇ ਬਲ ਰਾਜੇ ਦਾ ਹੰਕਾਰ ਦੂਰ ਕੀਤਾ। ਕਿਉਂਕਿ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਜਿਹੜਾ ਉਹਨੂੰ ਸਿੱਖ ਭਗਤ ਪ੍ਰਭੂ ਨੂੰ ਭਾ ਜਾਂਦਾ, ਜੇ ਉਹ 'ਚ ਜਰਾ ਵੀ ਕਮੀ ਆਉਂਦੀ ਹੈ ਤੇ ਤੁਰੰਤ ਪਰਮੇਸ਼ਰ ਕੱਢਦੇ ਆ। ਤਾਂ ਭਾਈ ਸਾਹਿਬ ਜੀ ਕਹਿ ਰਹੇ ਹਨ ਕਿ ਮਹਾਰਾਜ ਤੁਸੀਂ 52 ਰੂਪ ਧਾਰ ਕੇ ਬਲ ਰਾਜੇ ਨੂੰ ਥੋੜਾ ਹੰਕਾਰ ਹੋ ਗਿਆ ਸੀ ਤਾਂ ਵਧੀਆ ਬੰਦਾ, ਪਰ ਹੰਕਾਰ ਹੋ ਗਿਆ ਕਿ ਮੇਰਾ ਵਰਗਾ ਦਾਨੀ ਕੋਈ ਨਹੀਂ। ਇਸ ਕਰਕੇ ਤੁਸੀਂ ਉਸ ਦਾ ਹੰਕਾਰ ਦੂਰ ਕੀਤਾ। ਔਰ ਪੁੰਨ ਭਏ ਨਰ ਸਿੰਘ। ਫਿਰ ਹਰਨਾਕਸ਼ ਜੋ ਹੋਇਆ ਪ੍ਰਹਿਲਾਦ ਦਾ ਪਿਤਾ, ਜਿਸ ਨੇ ਗੁਰੂ ਪਿਆਰਿਓ ਭਗਤ ਪ੍ਰਹਿਲਾਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪ੍ਰੇਮਾ ਭਗਤੀ ਜਿਹੜੀ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਕਾਲ ਪੁਰਖ ਨੂੰ ਕਹਿੰਦੇ ਫਿਰ ਤੁਸੀਂ ਨਰ ਸਿੰਘ ਦਾ ਰੂਪ ਧਾਰਨ ਕਰਕੇ ਜਿਹੜਾ ਹੈ ਦੁਨੀਆ ਦੇ ਵਿੱਚ ਆਉਣਾ ਕੀਤਾ ਤੇ ਉਸ ਜਿਹੜਾ ਹਰਨਾਕਸ਼ ਸੀ ਉਸ ਦਾ ਖਾਤਮਾ ਕੀਤਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਹੇ ਪਰਮੇਸ਼ਰ, ਤੂੰ ਇਸ ਤਰ੍ਹਾਂ ਸਮੇਂ ਸਮੇਂ ਤੇ ਅਨੇਕਾਂ ਰੂਪ ਧਾਰ ਕੇ ਆਪਣੇ ਭਗਤਾਂ ਦੀ
ਸਿੱਖਾਂ ਦੀ ਸੇਵਕਾਂ ਦੀ ਰੱਖਿਆ ਕਰਦੇ ਰਹੇ ਹੋ। ਕਛਪ ਮਛ ਬਰਾ ਬਨੇ ਮ੍ਰਿਗ ਰਾਕਸ ਦੇਤ ਹਤੇ ਜਿਮ ਸਿੰਘ। ਜਿਸ ਤਰ੍ਹਾਂ ਤੁਸੀਂ ਪੁਰਾਣੇ ਸਮਿਆਂ ਵਿੱਚ ਰਾਖਸ਼ਾਂ ਦੈਂਤਾਂ ਦਾ ਖਾਤਮਾ ਕੀਤਾ, ਜਿਵੇਂ ਕੋਈ ਸ਼ੇਰ ਆਪਣੇ ਸ਼ਿਕਾਰ ਨੂੰ ਪਲੋ ਪਲੀ ਕਾਬੂ ਕਰ ਲੈਂਦਾ ਹੈ, ਕਛਪ ਮੱਛ ਬਰਹਾ ਆਦਿ ਅਨੇਕਾਂ ਰੂਪ ਧਾਰ ਕੇ ਤੁਸੀਂ ਸੰਸਾਰ ਦਾ ਭਲਾ ਕੀਤਾ ਜੀ। ਰਾਮ ਭਈ ਤਿਜ ਰਾਮ ਭਈ ਕਨਸ਼ਿਆਮ ਭਈ ਤਰ ਮੈਂ ਨਰ ਸਿੰਘ। ਕਦੇ ਤੁਸੀਂ ਰਾਮ ਬਣ ਕੇ ਆਏ, ਕਦੇ ਦਿਜ ਪਰਸਰਾਮ ਬਣ ਕੇ ਆਏ, ਕਦੇ ਤੁਸੀਂ ਕ੍ਰਿਸ਼ਨ ਜੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਦੇ ਵਿੱਚੋਂ ਇਸ ਧਰਤੀ ਦੇ ਭਾਰ ਨੂੰ ਖਤਮ ਕਰਨਾ ਕੀਤਾ। ਭਏ ਧਰਮ ਹੈ ਨਰ ਸਿੰਘ। ਔਰ ਆਪਣੇ ਸੇਵਕਾਂ ਨੂੰ ਜਿਹੜਾ ਹੈ ਤੁਸੀਂ ਪਰਮੇਸ਼ਰ ਰੂਪ ਹੋ ਕੇ ਆਪਣੇ ਨਾਲ ਮਿਲਾਉਣਾ ਕੀਤਾ ਔਰ ਆਪਣੇ ਭਗਤਾਂ ਨੂੰ ਚੜ੍ਹਦੀ ਕਲਾ ਬਖਸ਼ੀ ਜੀ। ਸੋ ਕਲ ਮੈਂ ਗੁਰੂ ਨਾਨਕ ਰੂਪ ਦਸੋ ਤਨ ਭਈ ਲਗ ਗੋਬਿੰਦ ਸਿੰਘ। ਉਹ ਪਿਛਲੇ ਤਿੰਨਾਂ ਯੁੱਗਾਂ ਦੀ ਗੱਲ ਭਾਈ ਸਾਹਿਬ ਨਾਲ ਕਰਕੇ ਫਿਰ ਕਲਯੁਗ ਦੀ ਗੱਲ ਕਹਿੰਦੇ ਹਨ ਕਿ ਅੱਜ ਕਲਯੁਗ ਦੇ ਵਿੱਚ ਸਤਯੁਗ ਤੈ ਮਾਨਿਓ ਛਲਿਓ ਬਲ, ਬਾਵਨ ਭਾਇਓ ਤ੍ਰੇਤਾ ਤੈ ਮਾਨਿਓ RAM ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕਲਯੁਗ ਆਪ ਨਾਨਕ ਅੰਗਦ ਅਮਰ ਕਹਾਇਓ। ਇਹ ਮੰਗਲਾ ਚਰਨ ਕਰਦੇ ਹੋਏ ਹਨ ਪਰਮੇਸ਼ਰ ਦੇ। ਪਹਿਲਾਂ 10 ਗੁਰੂਆਂ ਦੇ ਮੰਗਲਾ ਚਰਨ ਲਿਖੇ ਔਰ ਹੁਣ ਪਰਮੇਸ਼ਰ ਦੇ ਪ੍ਰਥਾਏ ਭਾਈ ਸਾਹਿਬ ਜੀ ਕਹਿ ਰਹੇ ਹਨ, ਕਲਯੁਗ ਦੇ ਵਿੱਚ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਦਸ਼ਾਹ ਜੀ ਅਕਾਲ ਪੁਰਖ ਨਿਰੰਕਾਰ ਜਿਹੜੇ ਹਨ ਉਹ ਆਪ ਨਾਨਕ ਦੇ ਰੂਪ ਧਾਰ ਕਰਕੇ ਦੁਨੀਆ 'ਚ ਆਏ ਤੇ ਫਿਰ ਦਸੋ ਤਨ ਪਏ ਲਗ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਤੱਕ ਤੁਸੀਂ 10 ਰੂਪ ਧਾਰੇ ਜੀ। ਚੌਪਈ ਦਸੋ ਗੁਰਨ ਕੀ ਕਰਨਾ ਪਾਹੀ, ਦਸੋ ਗੁਰਨ ਕੀ ਕਥਾ ਬਣਾਈ। 10 ਗੁਰੂਆਂ ਦੀ ਹੀ ਦਇਆ ਸਦਕਾ ਕਰਨਾ ਕਿਰਪਾ। 10 ਗੁਰੂਆਂ ਨੇ ਹੀ ਮੇਰੇ ਤੇ ਕਿਰਪਾ ਕੀਤੀ। ਸੰਤੋਖ ਸਿੰਘ ਕਵੀ ਕਹਿੰਦੇ 10 ਗੁਰੂਆਂ ਦੀ ਮੈਂ ਜਿਹੜੀ ਇਹ ਕਥਾ ਛੰਦਾ ਬੰਦੀ ਵਿੱਚ ਲਿਖੀ ਹੈ। ਪਨ ਪੁਨ ਧਰ ਪਰ ਧਰ ਧਰ ਸਿਰ ਕੋ, ਬੰਧਨ ਕਰੋ ਪ੍ਰੇਮ ਕਰ ਉਰ ਕੋ। ਹਾਂ, ਮੈਂ ਇਹ ਗੁਰੂਆਂ ਦੇ ਅੱਗੇ ਆਪਣੇ ਸੀਸ ਨੂੰ ਧਰ ਕੇ ਹੱਥ ਬੰਨ੍ਹ ਕੇ ਬਾਰ-ਬਾਰ ਹਿਰਦੇ 'ਚੋਂ ਮੈਂ ਧੰਨਵਾਦ ਕਰਦਾ ਹਾਂ, ਕਿਉਂਕਿ ਕਿਸੇ ਕੰਮ ਨੂੰ ਵਿੱਢ ਲੈਣਾ, ਉਹਦੀ ਸੰਪੂਰਨਤਾ ਦੇ ਪਹੁੰਚਣਾ ਬਹੁਤ ਵੱਡੀ ਗੱਲ ਹੈ। ਪਾਤਸ਼ਾਹ ਜੀ ਦਾ ਬਚਨ ਹੈ ਨਾ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਤੇਰੇ ਗੁਣਾਂ ਨੂੰ ਗਾਉਣਾ ਕਰੀਏ ਅਸੀਂ, ਤੁਸੀਂ ਕਿਰਪਾ ਕਰੋ ਗਵਾ ਲਿਓ। ਤੇ ਸੰਤੋਖ ਸਿੰਘ ਨੇ ਆਰੰਭਤਾ ਕੀਤੀ ਤੇ ਕਥਾ ਸੰਪੂਰਨ ਹੋਣ ਲੱਗੀ ਆ। ਗੁਰੂ ਪਿਆਰਿਓ, ਉਹਨਾਂ ਨੇ ਉਸ ਵੇਲੇ ਵੀ ਇਸੇ ਤਰ੍ਹਾਂ ਅਰਦਾਸਾਂ ਕੀਤੀਆਂ ਜਿਵੇਂ ਅੱਜ ਆਪਾਂ ਅਰਦਾਸ ਬੇਨਤੀ ਕਰਕੇ ਸੰਪੂਰਨਤਾ ਤੋਂ ਬਾਅਦ ਫਿਰ ਨਵੀਂ ਆਰੰਭਤਾ ਸਾਡੇ ਕੋਲ ਮਹਾਂਪੁਰਸ਼ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲੇ ਉਹ ਖਾਸ ਕਰਕੇ ਪਹੁੰਚੇ ਹਨ, ਬੇਨਤੀ ਕੀਤੀ ਹੈ ਔਰ ਉਹ ਇਸ ਕਥਾ ਨੂੰ ਫਿਰ ਆਪਣੇ ਕਰ ਕਮਲਾਂ ਨਾਲ ਆਪਣੀ ਰਸਨਾ ਨਾਲ ਆਰੰਭ ਕਰਕੇ ਫਿਰ ਆਪਣੇ ਤੋਂ ਗੁਰੂ ਸੇਵਾ ਲੈਣ ਔਰ ਜਿੰਨਾ ਵੀ ਸਮਾਂ ਸਤਿਗੁਰ ਨੇ ਜ਼ਿੰਦਗੀ ਦਾ ਬਖਸ਼ਿਆ ਵੱਧ ਤੋਂ ਵੱਧ ਚਰਨਾਂ ਨਾਲ ਜੋੜ ਕੇ ਰੱਖਣ। ਅੱਗੇ ਚੱਲੀਏ ਇਸ ਤਰ੍ਹਾਂ। ਗੁਰ ਬਾਰਦ ਉਤਰਦ ਦੋਏ, ਕਥਾ ਬਣੀ ਗੁਰੂ ਨਾਨਕ ਸੋਏ। ਹੁਣ ਆਪਣੀਆਂ ਪੋਥੀਆਂ ਬਾਰੇ ਦੱਸਦਾ ਹੈ। ਪਹਿਲਾਂ ਮੈਂ ਪੂਰਬ ਅਰਧ ਤੇ ਉੱਤਰ ਅਰਧ ਭਾਵ 2 ਭਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਥਾ ਲਿਖੀ। ਬਾਨੀ ਦੁਆਇ 10 ਰਾਸ ਅਗਾਰੀ, ਨਵ ਗੁਰੂ ਲਗ ਕਥਾ ਸੁਧਾਰੀ। ਫਿਰ ਮੈਂ 12 ਰਾਸਾਂ ਦੇ ਵਿੱਚ ਇਹ ਹੈ ਹਿੱਸੇ ਕੀਤੇ ਹੋਏ ਨੇ। ਭਾਗ ਰਾਸਾਂ ਦਾ ਮਤਲਬ ਹਿੱਸੇ ਹੈ 12 ਰਾਸ਼ੀਆਂ। ਜਿਵੇਂ 12 ਮਹੀਨੇ ਹੁੰਦੇ ਆ, 12 ਰਾਸ਼ੀਆਂ ਹੁੰਦੀਆਂ, ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਕਥਾ ਦੇ ਹਿੱਸੇ ਬਣਾਏ 12 ਰਾਸਾਂ। 12 ਰਾਸਾਂ ਦੇ ਵਿੱਚ ਮੈਂ ਦੂਜੇ ਗੁਰੂ ਤੋਂ ਲੈ ਕੇ 9ਵੇਂ ਗੁਰੂ ਤੱਕ ਲਿਖਣੀ ਕੀਤੀ ਕਥਾ। ਪਹਿਲੇ 2 ਭਾਗਾਂ ਵਿੱਚ ਉੱਤਰਾਰਧ ਪੂਰਬਾਰਧ ਬਾਬੇ ਨਾਨਕ ਜੀ ਦੀ ਕਥਾ, ਫਿਰ 12 ਰਾਸਾਂ ਦੇ ਵਿੱਚ ਮੈਂ ਦੂਸਰੇ ਗੁਰੂ ਤੋਂ 9ਵੇਂ ਪਾਤਸ਼ਾਹ ਤੱਕ ਰਚਨਾ ਕੀਤੇ ਜੀ। ਖੰਡ ਰਿਤ ਜੁਗਤ ਬਨੇ ਜੁਗ ਐਨ, ਸ੍ਰੀ ਗੋਬਿੰਦ ਸਿੰਘ ਗਾਥਾ ਐਨ। ਫਿਰ 6 ਰੁੱਤਾਂ ਦੇ ਵਿੱਚ ਜਿਹੜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਹੈ, ਇਹਦਾ ਫਿਰ ਉਸਨੇ ਅਲੱਗ ਪਾਰਟ ਬਣਾਏ ਭਾਈ ਸਾਹਿਬ ਨੇ। ਇਹਦੇ 4 ਭਾਗ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਕੱਲੀ ਜਿਹੜੀ ਹੈ ਇਹਨੂੰ 6 ਰੁੱਤਾਂ ਵਿੱਚ ਵੰਡਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਗਾਥਾ ਨੂੰ। ਭਈ ਪ੍ਰਕਰਨ ਸਰਬ ਕੀ ਬਾਣੀ, ਨੌ ਰਸ ਤੇ ਪੂਰਨ ਮਤ ਥਾਈ। ਇਸ ਤਰ੍ਹਾਂ ਗੁਰੂ ਪਿਆਰਿਓ ਭਾਈ ਸਾਹਿਬ ਜੀ ਕਹਿੰਦੇ
ਇਹ ਸਾਰੇ ਪ੍ਰਕਰਨ ਜਗ੍ਹਾ ਜਗ੍ਹਾ ਤੇ ਜਿਹੜੇ ਮੈਂ ਦੇਣੇ ਕੀਤੇ, ਇਸ ਕਥਾ ਦੇ ਵਿੱਚ ਰਸ ਵੀ ਭਰੇ ਆ। ਜੇ ਆਪਾਂ ਉੱਦਾਂ ਸਿੱਧੀਆਂ ਸਾਖੀਆਂ ਸੁਣਾਈਏ ਉਹ ਗੱਲ ਕੁਝ ਹੋਰ ਆ। ਭਾਈ ਸਾਹਿਬ ਜੀ ਨੇ ਖੱਟ ਰਸ 6 ਰਸਾਂ ਦੀਆਂ ਗੱਲਾਂ ਵੀ ਇਹਦੇ ਵਿੱਚ ਦਸੀਆਂ ਸਾਨੂੰ, ਔਰ ਆਪਣੀ ਛੰਦਾਬੰਦੀ ਵਿੱਚ ਇਸ ਕਥਾ ਨੂੰ ਰੌਚਕ ਵੀ ਬਣਾਇਆ। ਸੁਣਦਿਆਂ ਹੋਇਆਂ ਸਾਡਾ ਇੰਟਰਸਟ ਵੀ ਵੱਧਦਾ, ਜਿਵੇਂ ਆਪਾਂ ਪਿਛਲੇ ਲਗਭਗ 5-6 ਸਾਲਾਂ ਤੋਂ ਲਗਾਤਾਰ ਕਥਾ ਕਰਦੇ ਸੁਣਦੇ ਆ ਰਹੇ ਹਾਂ। ਆਪਣਾ ਇੰਟਰਸਟ ਬਣਿਆ ਹੋਇਆ ਔਰ ਆਪਣੇ ਅੰਦਰ ਖਿੱਚ ਰਹਿੰਦੀ ਹੈ ਕਿ ਕੱਲ੍ਹ ਨੂੰ ਕੀ ਹੋਵੇਗਾ। ਤੋ ਇਸ ਤਰ੍ਹਾਂ ਭਾਈ ਸਾਹਿਬ ਨੇ ਇਹਦੇ ਵਿੱਚ 9 ਰਸ ਪੂਰਨ ਮਤ ਥਾਈ ਜਿੱਥੇ ਜਿੱਥੇ ਉਹ ਜੱਚਦੇ ਸਨ ਮੈਂ ਪਾਉਣੇ ਕੀਤੇ ਜੀ। ਸ਼੍ਰੀ ਗੁਰ ਕੀ ਗਾਥਾ ਸ਼ੁਭ ਗੰਗਾ, ਛੰਦ ਉਮੰਗ ਉਤੰਗ ਤਰੰਗਾ। ਧੰਨ ਗੁਰੂ ਪਾਤਸ਼ਾਹ ਜੀ ਦੀ ਇਹ ਗਾਥਾ ਜਿਹੜੀ ਹੈ ਗੰਗਾ ਦੀ ਨਿਆਈ ਆ, ਸ਼ੁਭ ਗੰਗਾ। ਇੱਕ ਤਾਂ ਉਹ ਗੰਗਾ ਹੈ ਜਿਹੜੀ ਕੇਵਲ ਕੁਝ ਥਾਂ ਤੇ ਚੱਲਦੀ ਹੈ, ਪਰ ਇੱਕ ਗਿਆਨ ਦੀ ਗੰਗਾ ਹੈ, ਗੁਰਬਾਣੀ ਗਿਆਨ ਦੀ ਗੰਗਾ ਹੈ, ਇਤਿਹਾਸ ਗਿਆਨ ਦੀ ਗੰਗਾ ਹੈ। ਔਰ ਇਹ ਗੰਗਾ ਇਹ ਨਦੀਆਂ ਕਿਨਾਰੇ ਨਹੀਂ ਵੇਖਦੀ, ਇਹ ਤਾਂ ਆਲ ਵਰਲਡ ਦੇ ਵਿੱਚ ਫੈਲ ਚੁੱਕੀ ਆ ਗੁਰੂ ਪਿਆਰਿਓ। ਇਹ ਗੁਰੂ ਪਾਤਸ਼ਾਹ ਜੀ ਦੀ ਗਾਥਾ ਮਾਨੋ ਸਾਡੇ ਪਾਪਾਂ ਨੂੰ, ਵਿਕਾਰਾਂ ਨੂੰ, ਮਾੜੀ ਸੋਚ ਨੂੰ, ਮਾੜੇ ਖਿਆਲਾਂ ਨੂੰ ਖਤਮ ਕਰਕੇ ਸਾਨੂੰ ਸਿੱਧੇ ਰਸਤੇ ਪਾਉਣ ਵਾਲੀ ਹੈ, ਜੋ ਛੰਦਾਬੰਦੀ ਦੇ ਕਿਨਾਰਿਆਂ ਵਿੱਚ ਬੰਨੀ ਹੈ। ਕਰਾਮਾਤ ਵਰਣਨ ਜੈ ਕਹਾ, ਇਹੋ ਗੰਭੀਰਤਾ ਧਾਰਤ ਮਹਾ। ਗੰਗਾ ਦੀ ਡੂੰਘਾਈ ਜਿਹੜੀ ਹੈ ਉਹ ਮੈਂ ਗੁਰੂ ਦੇ ਇਤਿਹਾਸ ਵਿੱਚ ਜਿਹੜੀ ਕੋਈ ਪਾਤਸ਼ਾਹ ਜੀ ਨੇ ਕਰਾਮਾਤ ਭਾਵ ਆਪਣੀ ਉਸ ਪਾਵਰ ਦੀ ਗੱਲ ਕੀਤੀ ਆ, ਇਹ ਇਸ ਇਤਿਹਾਸ ਦੀ ਕਥਾ ਦੀ ਡੂੰਘਾਈ ਮੰਨ ਲਓ। ਜਿਵੇਂ ਗੰਗਾ ਨਦੀ ਡੂੰਘੀ ਹੈ, ਇਸੇ ਤਰ੍ਹਾਂ ਇਹਦੇ ਵਿੱਚ ਬਹੁਤ ਡੂੰਘੇ ਵਿਚਾਰ ਵੀ ਭਾਈ ਸਾਹਿਬ ਜੀ ਨੇ ਗੁਰੂਆਂ ਦੇ ਰੱਖਣੇ ਕੀਤੇ। ਰਾਮ ਕੋ ਆਇਰ ਗਿਰਵਰ ਤੇ ਨਿਕਸੀ, ਸਿੱਖਨ ਬਿਖੀ ਜਗਤ ਮੈਂ ਬਿਗਸੀ। ਤਾਂ ਭਾਈ ਸਾਹਿਬ ਜੀ ਕਹਿੰਦੇ ਹੁਣ ਇਹ ਕਥਾ ਮੈਨੂੰ ਕਿੱਥੋਂ ਮਿਲੀ ਆ, ਸਰੋਤ ਮੇਰੇ ਕੋਲ ਕੀ ਹੈ ਇਸ ਕਥਾ ਦਾ। ਇਹ ਕਥਾ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੇ ਵੰਸ਼ਜ ਔਰ ਉਹਨਾਂ ਦੀ ਵੰਸ਼ ਦੇ ਫੁੱਲ ਰਾਮ ਕੋਇਰ ਜੀ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਲਕ ਦੇਣ ਵੇਲੇ 2 ਸਾਲ ਦੇ ਸਨ, ਔਰ ਜਿਸ ਵੇਲੇ ਸਿੱਖ ਸੰਗਤਾਂ ਦਾ ਖਿਆਲ ਬਣਿਆ ਸੀ, ਪਹਿਲਾਂ ਵੀ ਆਪਾਂ ਕਈ ਵਾਰੀ ਇਹ ਗੱਲ ਸਾਂਝੀ ਕੀਤੀ ਆ ਵੀ ਸੰਗਤਾਂ ਦਾ ਖਿਆਲ ਬਣਿਆ ਵੀ ਸਾਡੇ ਕੋਲ ਜਨਮ ਸਾਖੀ ਭਾਈ ਬਾਲੇ ਦੀ ਤਾਂ ਹੈ ਤੇ ਯਾਰ 10 ਗੁਰੂਆਂ ਦੀ ਹੋਣੀ ਚਾਹੀਦੀ ਸੀ। ਤਾਂ ਸਿੱਖ ਸੰਗਤਾਂ ਨੇ ਖਿਆਲ ਕੀਤਾ ਵੀ ਹੁਣ ਕੌਣ ਦੱਸੂ ਆਪਾਂ ਨੂੰ। ਤੇ ਫਿਰ ਵਿੱਚੋਂ ਸਿਆਣੇ ਸੇਵਕਾਂ ਨੇ, ਮਹਾਂਪੁਰਸ਼ਾਂ ਨੇ ਗੱਲ ਕੀਤੀ ਵੀ ਬਾਬੇ ਬੁੱਢੇ ਕਿਆਂ ਨੂੰ ਬਾਬੇ ਨਾਨਕ ਦਾ ਬਚਨ ਹੋਇਆ ਵੀ ਬੁੱਢਿਆ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਤੇ ਉਹ ਬਚਨ ਚੱਲਦਾ ਆ ਰਿਹਾ ਹੈ। ਇਸ ਵੇਲੇ ਬਾਬੇ ਬੁੱਢੀ ਦੇ ਵੰਸ਼ ਦੇ ਰਾਮ ਕੋਇਰ ਜੀ ਕਾਫੀ ਵੱਡੇ ਹਨ, ਕਿਉਂਕਿ ਇਹ ਇਤਿਹਾਸ ਜਿਹੜਾ ਰਾਮ ਕੋਇਰ ਜੀ ਨੇ ਫਿਰ ਸਿੱਖ ਸੰਗਤਾਂ ਦੀ ਬੇਨਤੀ ਕਰਨ ਤੇ ਉਚਾਰਨ ਕੀਤਾ। ਰਾਮ ਕੋਇਰ ਜੀ ਨੇ ਪਹਿਲਾਂ ਨਿਮਰਤਾ ਸਹਿਤ ਕਿਹਾ ਵੀ ਮੈਂ ਤਾਂ ਭਾਈ ਜਨਮ ਹੀ ਬਾਹਰ ਚਲਿਆ, ਮੈਂ 10ਵੇਂ ਪਾਤਸ਼ਾਹ ਜੀ ਦੇ ਸਮੇਂ ਜਦੋਂ ਗੁਰਤਾ ਗੱਦੀ ਉਹ 9 ਸਾਲ ਦੇ ਸੀ, ਮੈਂ 2 ਸਾਲ ਦਾ ਸੀ, ਮੈਂ ਕਿਵੇਂ ਲਿਖਾ ਸਕਦਾ। ਸੰਗਤਾਂ ਨੇ ਕਿਹਾ ਜੀ ਤੁਹਾਨੂੰ ਬਾਬੇ ਨਾਨਕ ਦੇ ਬਚਨ ਹੈ, ਤੁਸੀਂ ਅਰਦਾਸ ਬੇਨਤੀ ਕਰਕੇ ਸ਼ੁਰੂ ਕਰੋ ਤੇ ਅਗਲੀ ਕਿਰਪਾ ਆਪੇ ਗੁਰੂ ਨਾਨਕ ਪਾਤਸ਼ਾਹ ਕਰਨਗੇ। ਰਾਮ ਕੋਇਰ ਗਿਰਵਰ ਤੇ ਨਿਕਸੀ। ਗਿਰਵਰ ਗੰਗਾ ਪਹਾੜਾਂ 'ਚ ਨਿਕਲੀ ਹੈ ਨਾ, ਤੇ ਇਹ ਗਿਆਨ ਦੀ ਗੰਗਾ ਕਿੱਥੋਂ ਨਿਕਲੀ? ਰਾਮ ਕੋਇਰ ਜੀ ਦੇ ਅੰਦਰੋਂ। ਉਹਨਾਂ ਨੇ ਕਥਾ ਸਾਰੀ ਉਚਾਰਨ ਕੀਤੀ, ਉਹਨਾਂ ਨੇ ਸਾਖੀਆਂ ਰਖਵਾਈਆਂ। ਉਹਨਾਂ ਸਾਖੀਆਂ ਨੂੰ ਉਹ ਸਰੋਤਾਂ ਨੂੰ ਲੈ ਕਰਕੇ ਭਾਈ ਸਾਹਿਬ ਜੀ ਨੇ ਗੁਰੂ ਕਿਰਪਾ ਸਦਕਾ ਇਸ ਨੂੰ ਛੰਦਾਬੰਦੀ ਵਿੱਚ ਰੌਚਕ ਬਣਾ ਦਿੱਤਾ। ਹੋਰ ਵੀ ਸਿੱਖਨ ਵਿਖੇ ਜਗਤ ਮੈਂ ਬਿਗਸੀ, ਭਾਈ ਰਾਮ ਕੋਇਰ ਰੂਪੀ ਪਹਾੜਾਂ ਦੇ ਵਿੱਚੋਂ ਭਾਵ ਰਾਮ ਕੋਇਰ ਜੀ ਦੇ ਅੰਦਰੋਂ ਇਹ ਗਿਆਨ ਦੀ ਗੰਗਾ, ਇਤਿਹਾਸ ਦੀ ਗੰਗਾ ਨਿਕਲੀ ਔਰ ਸਿੱਖਾਂ ਦੇ ਹਿਰਦਿਆਂ ਵਿੱਚ ਸਮਾਉਂਦੀ ਜਾ ਰਹੀ ਹੈ। ਜੋਗ ਵਿਰਾਗ ਭਗਤ ਅਰ ਗਿਆਨ, ਬਸੇ 4 ਜਲ ਜੰਤ ਮਹਾਨ। ਔਰ ਇਸ ਇਤਿਹਾਸ ਰੂਪੀ ਗਿਆਨ ਦੀ ਗੰਗਾ ਵਿੱਚ ਜਲ ਜੰਤੂ ਵੀ ਹੈਗੇ ਨਾ, ਜਿਨ੍ਹਾਂ ਨੂੰ ਅਸੀਂ ਪ੍ਰਾਪਤ ਕਰਨਾ ਹੈ। ਜੋਗ ਪਰਮੇਸ਼ਰ ਨਾਲ ਜੁੜਨ ਦਾ ਗਿਆਨ ਵੀ ਇਹਦੇ ਵਿੱਚ ਹੈ, ਵਿਰਾਗ ਵੀ ਇਹਦੇ ਵਿੱਚ ਹੈ, ਭਗਤੀ ਵੀ ਇਹਦੇ ਵਿੱਚ ਹੈ, ਗਿਆਨ ਵੀ ਹੈ। ਇਸ ਗਿਆਨ ਗੰਗਾ ਦੇ ਜਲ ਜੰਤੂ ਇਹ 4 ਤਰ੍ਹਾਂ ਦੇ ਹਨ। ਜਪ ਤਪ ਸੰਜਮ ਦਾਨ ਇਸ਼ਨਾਨ, ਧੀਰਜ ਦਇਆ ਛਿਮਾ ਨਿਰਮਾਨ। ਔਰ ਇਹਦੇ ਵਿੱਚ ਹੋਰ ਵੀ ਜਲ ਜੰਤੂ ਇਸ ਇਤਿਹਾਸਕ ਗੰਗਾ ਦੇ ਵਿੱਚੋਂ ਜਿਹੜੇ ਨਿਕਲਦੇ ਹਨ, ਜੋ ਸਾਨੂੰ ਪ੍ਰਾਪਤ ਹੁੰਦੇ ਹੈ। ਜਪ ਤਪ ਸੰਜਮ ਸਬਰ ਸੰਤੋਖ, ਦਾਨ ਇਸ਼ਨਾਨ, ਧੀਰਜ ਦਇਆ ਛਿਮਾ ਨਿਮਰਤਾ ਅਤੇ ਸਤ ਸੰਤੋਖ ਆਦ ਗੁਣ ਜੀਤੇ, ਲਗ ਜਲ ਜੰਤ ਵਾਸ ਕਰ ਤੇਤੇ। ਸਤ ਸੰਤੋਖ ਆਦਿ ਇਹ ਸਾਰੇ ਗਿਆਨ ਗੰਗਾ ਵਿੱਚ ਸਮਾਏ ਆ, ਭਾਵ ਇਤਿਹਾਸ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਆ। ਪਿਛਲੇ ਕਈ ਸਾਲਾਂ ਤੋਂ ਲੈ ਕੇ ਆਪਾਂ ਸਰਵਣ ਕਰ ਰਹੇ ਆ
ਤੇ ਜਿਵੇਂ ਜਿਵੇਂ ਅਸੀਂ ਸਰਵਣ ਕਰਦੇ ਹਾਂ ਆਪਾਂ ਇਸ ਕਥਾ ਦੇ ਵਿੱਚੋਂ ਵਿਚਾਰਾਂ ਨੂੰ ਆਪਣੇ ਅੰਦਰ ਗ੍ਰਹਿਣ ਕਰੀਏ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਤੇ ਮੇਰੇ ਪ੍ਰੀਤਮ ਜੀ ਕਹਿੰਦੇ ਇਹ ਜਲ ਜੰਤੂ ਹਨ ਜਿਹੜੇ ਭਾਵੇਂ ਗੁਣ ਹਨ, ਇਹ ਸਿੱਖਾਂ ਦੇ ਅੰਦਰ ਪ੍ਰਵੇਸ਼ ਕਰਨਗੇ। 10 ਗੁਰ 10 ਘਾਟ ਕੋ ਪਾਏ, ਪਾਵਨ ਭਈ ਲੋਕ ਸਮੁਦਾਏ। ਦੇਖੋ ਗੱਲ ਤਾਂ ਸਿੱਧੀ ਜੀ ਹੈ, ਪਰ ਭਾਈ ਸਾਹਿਬ ਜੀ ਛੰਦਾਬੰਦੀ ਵਿੱਚ ਕਰਕੇ ਹੋਰ ਵੀ ਰੋਚਕ ਬਣਾਈ ਜਾਂਦੇ ਆ। ਕਹਿੰਦੇ ਇਹ ਇਤਿਹਾਸ, ਜੇ ਤੁਸੀਂ ਇਸ ਇਤਿਹਾਸਕ ਦੀ ਗਿਆਨ ਦੀ ਗੰਗਾ ਵਿੱਚ ਵੜਨਾ ਨਾ ਤੇ 10 ਘਾਟ ਹੈ, 10 ਗੁਰੂਆਂ ਦਾ ਜੀਵਨ। ਜਨਮ ਮਰਨ ਤੇ ਆਦ ਕਲੇਸ਼ੂ, ਇਹ ਬੜ ਪਾਤ ਕਹਤੇ ਏਸ਼ੇਸ਼ੂ। ਇਹ ਬੜੀ ਪਵਿੱਤਰ ਗੰਗਾ ਹੈ ਸਿੱਖੋ, ਤੁਹਾਨੂੰ ਜਨਮ ਮਰਨ ਤੋਂ ਜਿਹੜਾ ਹੈ ਬਾਹਰ ਕੱਢ ਸਕਦੀ ਹੈ, ਕਲੇਸ਼ਾਂ ਨੂੰ ਖਤਮ ਕਰਦੀ ਹੈ। ਇਹ ਬੜ ਪਾਤ ਕਹਤੇ ਅਸ਼ੇਸ਼ੂ, ਇਹ ਬੜੀ ਪਵਿੱਤਰ ਇਤਿਹਾਸ ਦੀ ਗਿਆਨ ਦੀ ਗੰਗਾ ਹੈ। ਗੁਰ ਸਿੱਖ ਜੋਗੀ ਮੁਨ ਰਿਖ ਭਾਰੀ, ਗੁਰ ਮਹਿਮਾ ਗੰਗਾ ਤਿਨ ਪਿਆਰੀ। ਉਸ ਗੰਗਾ ਦੇ ਵਿੱਚ ਉਥੋਂ ਦੇ ਜਿਹੜੇ ਹਨ ਉਸ ਨੂੰ ਮੰਨਣ ਵਾਲੇ ਜਾਂਦੇ ਹਨ, ਪਰ ਇਸ ਗੰਗਾ ਨੂੰ ਪਿਆਰ ਕਰਨ ਵਾਲੇ ਗੁਰੂ ਕੇ ਸਿੱਖ ਹਨ। ਇਤਿਹਾਸ ਨੂੰ, ਗੁਰਬਾਣੀ ਦੀ ਵਿਚਾਰ ਨੂੰ, ਜਿਸ ਤਰ੍ਹਾਂ ਗੁਰੂ ਪਿਆਰੋ ਬਾਬਾ ਹਜੂਰਾ ਸਿੰਘ ਜੀ ਇਸ ਸ਼ਹਿਰ ਬਠਿੰਡੇ ਦੇ ਵਿੱਚ ਕਈ ਥਾਵਾਂ ਤੇ ਸੰਥਿਆ ਕਰਵਾ ਚੁੱਕੇ ਆ, ਤੇ ਕਿਤਨੇ ਜੀਵ ਗੁਰੂ ਪਿਆਰੋ ਇਸ ਸੰਥਿਆ ਤੋਂ, ਇਸ ਗਿਆਨ ਤੋਂ ਲਾਹਾ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਚੁੱਕੇ ਆ। ਕਿਤਨੇ ਹੀ ਸੰਥਿਆ ਵਿੱਚ ਬੈਠਦੇ ਬੈਠਦੇ ਗੁਰਸਿੱਖ ਬਣ ਚੁੱਕੇ ਆ, ਅਮਰ ਦੀ ਦਾਤ ਪ੍ਰਾਪਤ ਕਰ ਚੁੱਕੇ ਆ। ਇਹ ਗੁਰੂ ਸਾਹਿਬ ਕਹਿੰਦੇ ਇਹ ਗੁਰਸਿੱਖ ਇਸ ਇਤਿਹਾਸ ਦੀ, ਗਿਆਨ ਦੀ, ਗੁਰਬਾਣੀ ਦੀ ਗੰਗਾ ਨੂੰ ਪਿਆਰ ਕਰਦੇ ਹਨ। ਪਾਠਣ ਸੁਨਨ ਸ਼ੁਭ ਅਰਥ ਵਿਚਾਰਨ, ਪਾਕ ਇਸ਼ਨਾਨ ਹਰਕ ਕਰ ਧਾਰਨ। ਉਸ ਗੰਗਾ ਵਿੱਚ ਚੁੱਭੀਆਂ ਲਾ ਕੇ ਇਸ਼ਨਾਨ ਹੁੰਦਾ ਹੈ, ਤੇ ਇਹਦੇ ਵਿੱਚ ਕਿਵੇਂ ਇਸ਼ਨਾਨ ਹੋਵੇਗਾ ਭਾਈ? ਕਹਿੰਦੇ ਇਹਦੇ ਵਿੱਚ ਪੜ੍ਹਨਾ, ਸੁਣਨਾ, ਅਰਥ ਵਿਚਾਰਨੇ। ਇਹ ਪਵਿੱਤਰ ਇਸ਼ਨਾਨ ਜਿਹੜਾ ਸਾਨੂੰ ਸੁੱਖ ਦੇਣ ਵਾਲਾ ਹੈ। ਗੁਰ ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ, ਲਿਖੇ ਸੁਨੇ ਜਸ ਗਾਵਨ ਹਾਰੇ। ਔਰ ਸਿੱਖ ਸੰਗਤਾਂ ਨੇ, ਗੁਰੂ ਦੇ ਪਿਆਰਿਆਂ ਨੇ, ਜਿਨ੍ਹਾਂ ਨੇ ਗੁਰੂ ਦਾ ਜਸ ਲਿਖਿਆ ਸੀ, ਕਿਤੇ ਲਿਖ ਕੇ ਰੱਖਿਆ ਸੀ ਜਾਂ ਸੁਣਿਆ ਸੀ। ਗੁਰ ਮਹਿਮਾ ਗੰਗਾ ਕੋ ਪਾਏ, ਭਏ ਮੁਕਤ ਗੁਰ ਰੂਪ ਸਮਾਏ। ਔਰ ਉਹ ਗੁਰੂ ਦੀ ਮਹਿਮਾ ਨੂੰ ਪ੍ਰਾਪਤ ਹੋ ਕੇ ਇਸ ਗਿਆਨ ਦੀ ਗੰਗਾ, ਇਤਿਹਾਸ ਦੀ ਗੰਗਾ, ਗੁਰਬਾਣੀ ਦੀ ਗੰਗਾ ਦੇ ਰਾਹੀਂ ਮੁਕਤ ਰੂਪ ਹੋ ਕੇ ਹਰ ਕੇ ਸੇਵਕ, ਹਰ ਕਾ ਸੇਵਕ ਸੋ ਹਰ ਜਿਹਾ ਹੋ ਗਏ। ਅਬ ਮੈਂ ਸਭ ਆਗੇ ਕਰ ਜੋਰ, ਬਾਰੰਬਾਰ ਨਿਹੋਰ ਨਿਹੋਰ। ਅਖੀਰ ਤੇ ਭਾਈ ਸਾਹਿਬ ਜੀ ਕਹਿੰਦੇ ਨਿਹੋਰ ਨਿਹੋਰ ਮਿੰਨਤਾਂ ਕਰਕੇ ਮੈਂ ਬਾਰ-ਬਾਰ ਦੋਨੇ ਹੱਥ ਬੰਨ ਕੇ ਸੰਗਤਾਂ ਨੂੰ ਬੇਨਤੀਆਂ ਕਰਦਾ। ਦਾਸ ਵੀ ਕਰਦੇ ਆ ਔਰ ਸੰਤੋਖ ਸਿੰਘ ਵੀ ਕਰਦਾ, ਉਹ ਵੀ ਸੰਪੂਰਨਤਾ ਤੇ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਨੇ। ਕਹਿੰਦੇ ਮੈਂ ਹੱਥ ਬੰਨ ਕੇ ਸਾਰੀਆਂ ਸੰਗਤਾਂ ਨੂੰ ਬਾਰ-ਬਾਰ ਬੇਨਤੀ ਕਰਦਾ। ਅਸ ਤਿੱਖੀ ਸਿੱਖੀ ਅਸ ਜਾਚ, ਚਿਤ ਕੀ ਬ੍ਰਿਤੀ ਸਾਚ ਮੈਂ ਰਾਚ। ਸਿੱਖੋ ਇਹ ਜਿਹੜੀ ਸਿੱਖੀ ਹੈ ਨਾ, ਇਹ ਤਲਵਾਰ ਵਰਗੀ ਤਿੱਖੀ ਹੈ, ਔਰ ਮੈਂ ਚਾਹੁੰਦਾ ਹਾਂ ਕਿ ਚਿੱਤ ਦੀਆਂ ਬਿਰਤੀਆਂ ਨੂੰ ਸੱਚ ਨਾਲ ਜੋੜ ਕੇ ਸਿੱਖੀ ਦੇ ਵਿੱਚ ਆ ਜਾਓ। ਮੈਂ ਮਿਹਨਤ ਕਰਦਾ ਹਾਂ। ਪਾਤਸ਼ਾਹ ਜੀ ਦਾ ਬਚਨ ਹੈ ਨਾ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਸਿੱਖੋ ਮੈਂ ਬੇਨਤੀ ਕਰਦਾ ਹਾਂ, ਗੁਰੂ ਦੇ ਚਰਨਾਂ ਨਾਲ ਜੁੜੀਏ, ਉਹਦੇ ਗੁਣ ਗਾਇਆ ਕਰੀਏ। ਭਾਈ ਸਾਹਿਬ ਜੀ ਇਹੀ ਕਹਿੰਦੇ ਆ, ਲਹੋ ਦਰਸ ਗੁਰ ਦੇਹੋ ਇਮ ਬਰ ਕੋ, ਜਿਸ ਤੇ ਬ੍ਰਹਮ ਗਿਆਨ ਹੋਏ ਗੁਰ ਕੋ। ਇਹ ਮੈਂ ਇਸ ਇਤਿਹਾਸ ਦਾ ਨਿਚੋੜ ਤੁਹਾਨੂੰ ਦੇਣਾ ਚਾਹੁੰਦਾ ਹਾਂ। ਸਿੱਖੋ ਹੱਥ ਬੰਨ ਕੇ ਬੇਨਤੀ ਕਰਦਾ, ਗੁਰੂ ਦੇ ਦਰਸ਼ਨ ਕਰਿਆ ਕਰੋ, ਗੁਰੂ ਵਾਲੇ ਬਣੋ। ਇਹ ਸਿੱਖ ਬਾਣੀ ਨੂੰ, ਇਤਿਹਾਸ ਨੂੰ ਸੁਣਨ ਦਾ ਸਾਨੂੰ ਲਾਹਾ ਮਿਲ ਜਾਵੇ। ਜੇ ਤੁਸੀਂ ਸੁਣਦੇ ਹੋ ਤਾਂ ਜ਼ਰੂਰ ਗੁਰੂ ਦੇ ਦਰਸ਼ਨ ਕਰਿਆ ਕਰੋ ਔਰ ਇਸ ਨੂੰ ਧਾਰਨ ਕਰੋ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋਵੋ, ਤਾਂ ਕਿ ਤੁਹਾਡੀ ਮੁਕਤੀ ਵੀ ਹੋਵੇ। ਜਨਮ ਮਰਨ ਕੋ ਕਸ਼ਟ ਬਡੇਰਾ, ਬਹੁਰ ਨਾ ਜਗ ਮੇ ਹੋਏ ਕਬ ਫੇਰਾ। ਜਿਹੜਾ ਜੰਮਣ ਮਰਨ ਦਾ ਬੜਾ ਕਸ਼ਟ ਹੈ, ਕਬੀਰ ਸਾਹਿਬ ਜੀ ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਯਾਰ ਗਰਭ ਬਸੇਰਾ। ਇੱਕ ਦੁੱਖ ਮੇਰਾ ਜਿਹੜਾ ਦੂਰ ਕਰੋ, ਮਹਾਰਾਜ ਕਦੇ ਪੇਟ ਦੀ ਉਧਰ ਦੀ ਅੱਗ ਵਿੱਚ ਮਚਣਾ, ਕਦੇ ਚਿਖਾ ਦੀ ਅੱਗ ਵਿੱਚ ਮਚਣਾ। ਸਿੱਖੋ ਆ ਜਾਓ ਗੁਰੂ ਚਰਨੀ ਲੱਗੀਏ, ਤਾਂ ਕਿ ਸਾਡਾ ਜੰਮਣਾ ਮਰਨਾ ਜਿਹੜਾ ਹੈ ਉਹ ਕੱਟਿਆ ਜਾਵੇ। ਜਿਨ੍ਹਾਂ ਗੁਰਨ ਲਾਖੋ ਨਿਸਤਾਰੇ, ਜੁਗ ਲੋਕਨ ਸੁਖ ਦਿਓ ਉਦਾਰੇ। ਜਿਨ੍ਹਾਂ ਗੁਰੂਆਂ ਨੇ ਲੱਖਾਂ ਹੀ ਜੀਵ ਤਾਰੇ, ਤਾਰਿਆਂ ਦੀ ਗਿਣਤੀ ਹੋ ਸਕਦੀ ਆ, ਪਰ ਗੁਰੂ ਦੇ ਤਾਰਿਆਂ ਦੀ
ਕੋਈ ਗਿਣਤੀ ਨਹੀਂ ਕਰ ਸਕਦਾ। मैं महिमा महा महान छपी न सब लखी जहान। ਔਰ ਇਹ ਮੇਰੇ ਪ੍ਰੀਤਮ ਦੀ ਮਹਿਮਾ ਮਹਿ ਕਹਿੰਦੇ ਆ ਆਕਾਸ਼ ਨੂੰ, ਭਾਵ ਆਲ ਵਰਲਡ ਦੇ ਵਿੱਚ ਇਸ ਮੇਰੇ ਪ੍ਰੀਤਮ ਦੀ ਮਹਿਮਾ ਜਿਹੜੀ ਹੈ ਕੋਈ ਛੁਪੀ ਹੋਈ ਨਹੀਂ ਹੈ, ਸਾਰੀ ਦੁਨੀਆ ਜਾਣਦੀ ਹੈ। कमित साच रूप अपनो पछान उपदेश देत कूरते ਅਹੰਤਾ ਤਤਕਾਲ ਬਿਨ ਸਾਵੈ। ਜਦੋਂ ਸਿੱਖ ਜਿਹੜਾ ਹੈ ਗੁਰੂ ਦੇ ਕੋਲ ਆਉਂਦਾ ਹੈ ਤੇ ਗੁਰੂ ਉਸ ਦੇ ਹਿਰਦੇ ਨੂੰ ਪਛਾਣ ਕੇ ਔਰ ਆਪਣਾ ਜਾਣ ਕੇ ਉਸ ਨੂੰ ਤੁਰੰਤ ਉਪਦੇਸ਼ ਦੇ ਕੇ ਉਹਦੇ ਅੰਦਰੋਂ ਵਿਕਾਰਾਂ ਨੂੰ, ਹੰਤਾ ਆਦਿ ਨੂੰ ਵਿਨਾਸ਼ ਕਰਦੇ ਹਨ। ਚੇਤਨ ਬਤਾਏ ਕੇ ਅਚੇਤਨ ਕੋ ਤਿਆਗ ਕਰ ਸੁਖਮ ਸਮਤ ਤੇ ਅਲਖ ਕੋ ਲਖਾਵੇ। ਚੇਤਨ ਸਦਾ ਰਹਿਣ ਵਾਲੇ ਦੀ ਗੱਲ ਕਰਦੇ ਹਨ, ਝੂਠ ਖਤਮ ਹੋਣ ਵਾਲੇ ਨੂੰ ਤਿਆਗ ਕੇ ਸੂਖਮ ਸਮਤ ਨੂੰ ਜਿਹੜਾ ਹੈ ਪੈਦਾ ਕਰਦੇ ਹਨ। ਆਨੰਦ ਬੇਲੰਦ ਕੋ ਉਦਤ ਮੇ ਸਮਾਇ ਕਰ ਸਿੱਖ ਕੋ ਉਧਾਰ ਬੰਦ ਗਾਡੇ ਛੁਟਕਾਵੇ। ਔਰ ਆਨੰਦ ਦੇ ਸਮੁੰਦਰ ਵਿੱਚ ਸਿੱਖ ਨੂੰ ਪਹੁੰਚਾਉਂਦੇ ਹਨ। ਧਿਆਨ ਦਿਓ, ਆਨੰਦ ਦੇ ਸਮੁੰਦਰ ਵਿੱਚ ਸਿੱਖ ਨੂੰ ਪਹੁੰਚਾਉਂਦੇ ਹਨ। ਸਿੱਖ ਦਾ ਉਧਾਰ ਕਰਕੇ ਬੰਦ ਗਾਢੋ ਛੁਟਕਾਵੀ, ਸੰਸਾਰ ਦੇ ਬੰਧਨ ਤੋੜ ਦਿੰਦੇ ਹਨ। ਏਕ ਅਸਤ ਭਾਂਤ ਪ੍ਰੈ ਸਰਬਤਾ ਸੰਤੋਖ ਸਿੰਘ ਨਮੋ ਨਮੋ ਗੁਰ ਔਰ ਠੀਕ ਠਹਿਰਾਵੇ। ਇੱਕ ਜਿਹੜਾ ਅਸਤ ਹੈ, ਭਾਵ ਜਿਹੜਾ ਸੰਸਾਰ ਖਤਮ ਹੋਣ ਵਾਲਾ ਹੈ, ਇਹਦੇ ਵਿੱਚੋਂ ਕੱਢ ਕੇ ਇਹ ਸੰਤੋਖ ਸਿੰਘ ਨੂੰ ਵੀ ਮਹਾਰਾਜ ਆਪਣੇ ਚਰਨਾਂ ਵਿੱਚ ਰੱਖ ਲੈ। ਭੇਤ ਨਾ ਸਜਾਤੀ ਨਾ ਵਿਜਾਤੀ ਨਾ ਸੁਗਤ ਜਾਮੈ ਕਲਪਤ ਦਵੈਤ ਕੋ ਸਮੂਲ ਬਿਨ ਸਾਵੈ। ਗੁਰੂ ਜੀ ਸਾਡੀ ਸਮਝ ਵਿੱਚੋਂ ਕਲਪੀ ਹੋਈ ਅਵਿਦਿਆ ਨੂੰ ਜੜਾਂ ਸਮੇਤ ਦੂਰ ਕਰ ਦਿੰਦੇ ਹੈ। ਫਿਰ ਭੇਦ ਜਿਹੜਾ ਹੈ ਨਹੀਂ ਰਹਿਣ ਦਿੰਦਾ ਕੋਈ। ਇਹ ਅਨੁਭਵ ਕਰਕੇ ਬ੍ਰਹਮ ਗਿਆਨ ਵਿੱਚ ਨਾ ਸਜਾਤੀ ਨਾ ਵਿਜਾਤੀ ਨਾ ਜੁਗਤੀ ਆਦਿ ਕੁਛ ਵੀ ਨਹੀਂ ਹੈ। ਰੱਜੂ ਮੈਂ ਸਰਬ ਕੋ ਅੰਤਰਤਿਆ ਭਾਵ ਤੈਸੇ ਲਖ ਏਕ ਪਰਮਾਤਮਾ ਅਨੇਕ ਤੋ ਠਾਵੇ। ਔਰ ਜਿਵੇਂ ਸੰਸਾਰ ਦੇ ਵਿੱਚ ਰੱਸੀ ਨੂੰ ਕਈ ਵਾਰੀ ਹਨੇਰੇ ਵਿੱਚ ਸੱਪ ਮੰਨ ਲਈਦਾ ਹੈ, ਉੱਥੇ ਪ੍ਰਕਾਸ਼ ਕਰੀਏ ਤੇ ਉਹ ਰੱਸੀ ਬਣ ਜਾਂਦੀ ਹੈ। ਉਸੇ ਤਰ੍ਹਾਂ ਸੰਸਾਰ ਦੇ ਵਿੱਚ ਭਾਵੇਂ ਅਨੇਕਾਂ ਹੀ ਤਰ੍ਹਾਂ ਦੇ ਕਰਮਕਾਂਡ ਚੱਲਦੇ ਹਨ, ਪਰ ਸੱਚ ਨੂੰ ਪਾਉਣ ਵਿੱਚ ਗੁਰੂ ਪਾਤਸ਼ਾਹ ਤਾਂ ਆਪਣਾ ਐਸਾ ਪ੍ਰਕਾਸ਼ ਕਰਦੇ ਹੈ ਕਿ ਸਿੱਖ ਨੂੰ ਸੱਚ ਦਿਖਾਈ ਦੇਣ ਲੱਗ ਜਾਂਦਾ। ਸਤ ਨਾਮ ਜਪ ਦੀ ਤੀਨ ਤਾਪ ਕੀ ਨਹੀਨ ਸਰਵਣ ਮਨਨ ਨਿਧਿਆਸਨ ਲੋ ਧਿਆਵੇ। ਔਰ ਆਪਣੇ ਸਿੱਖਾਂ ਨੂੰ ਸਤ ਦਾ ਨਾਮ ਦਾ ਜਾਪ ਦੇ ਕੇ ਤਿੰਨੇ ਤਾਪਾਂ ਦਾ ਖਤਮ ਕਰਕੇ ਔਰ ਸਰਵਣ ਮੰਨਣ ਨਿਧਿਆਸਨ ਦੇ ਵਿੱਚ ਲਾਉਂਦੇ ਹਨ। ਗੁਰੂ ਸ਼ਰਨਾਵੇ ਸੋ ਕਿਉ ਨਾ ਗਤ ਪਾਵੇ ਭਗਤ ਜੋ ਕਮਾਵੇ ਕਲੇਸ਼ਨ ਮਿਟਾਵੇ। ਕਿਉਂ ਨਾ ਐਸੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਡੀ ਮੁਕਤੀ ਹੋਵੇਗੀ, ਭਾਵ ਜ਼ਰੂਰ ਹੋਵੇਗੀ, ਕਲੇਸ਼ਾਂ ਦਾ ਖਾਤਮਾ ਹੋਵੇਗਾ, ਭਗਤੀ ਪੈਦਾ ਹੋਵੇਗੀ। ਤੋ ਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ ਤੋ ਸੋ ਨਾ ਦਿਆਲ ਦੁਖੀ ਮੋਸੋ ਨਾ ਅਲਾਈਐ। ਅਖੀਰ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ, ਭਾਈ ਸਾਹਿਬ ਜੀ, ਮਹਾਰਾਜ ਤੇਰੇ ਵਰਗਾ ਦਾਤਾ ਨਹੀਂ, ਮੇਰੇ ਵਰਗਾ ਮੰਗਤਾ ਨਹੀਂ, ਤੇਰੇ ਵਰਗਾ ਦਿਆਲੂ ਨਹੀਂ ਤੇ ਮੇਰੇ ਵਰਗਾ ਦੁਖੀ ਨਹੀਂ ਹੈ। ਜੈ ਮੈਂ ਜਾ ਕੇ ਕਿਹਨੂੰ ਕਹਾਂ ਤੈਥੋਂ ਬਗੈਰ। ਮੈਂ ਸੋ ਨਹੀਂ ਕ੍ਰਿਤ ਘਣ ਤੋ ਸੋ ਉਪਾਰ ਕੀ ਨਾਹੇ ਮੋਸੋ ਨਾ ਅਨਾਥ ਨਾਥ ਤੋ ਸੋ ਨਾ ਬਤਾਈਐ। ਮੇਰੇ ਵਰਗਾ ਕਿਰਤ ਘਣ ਨਹੀਂ ਹੋਣਾ, ਦਾਤ ਪਿਆਰੀ ਵਿਸਰਿਆ ਦਾਤਾਰਾ ਜਿਹੜਾ ਦਾਤਾ ਲੈ ਕੇ ਭੁੱਲ ਜਾਂਦਾ। ਮੇਰੇ ਵਰਗਾ ਕਿਰਤ ਘਣ ਨਹੀਂ ਕੋਈ ਹੋਣਾ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ ਹੋਣਾ ਜਿਹੜਾ ਵਾਰ-ਵਾਰ ਮਾਫ ਕਰਕੇ ਫੇਰ ਹੋਰ ਦੇ ਦਿੰਨਾ। ਕੋਈ ਸਤਨਾਮ, ਮੈਂ ਵਾਰ-ਵਾਰ ਭੁੱਲ ਜਾਣਾ, ਤੂੰ ਵਾਰ-ਵਾਰ ਦਿੰਦਾ ਹੈ। ਮੋਸੋ ਨਾ ਅਨਾਥ, ਮੇਰੇ ਵਰਗਾ ਅਨਾਥ ਕੋਈ ਨਹੀਂ ਹੋਣਾ, ਪਰ ਤੇਰੇ ਵਰਗਾ ਨਾਥ ਮਿਲ ਗਿਆ, ਮੈਨੂੰ ਬੜੀ ਖੁਸ਼ੀ ਹੈ। ਔਗੁਣੀ ਨਾ ਮੋਸੋ ਕੋਹ ਗੁਣਬਾਨ ਤੋ ਸੋ ਨਹੀਂ ਜਪ ਤਪ ਬ੍ਰਿਤ ਮੋ ਮੈਂ ਏਕ ਨਹੀਂ ਪਾਈਐ। ਮੇਰੇ ਵਰਗਾ ਔਗੁਣਾ ਦਾ ਭਰਿਆ ਨਹੀਂ ਹੋਣਾ, ਤੇਰੇ ਵਰਗਾ ਗੁਣਾ ਦਾ ਖਜ਼ਾਨਾ ਕੋਈ ਨਹੀਂ ਹੋਣਾਗਾ। ਜਪ ਤਪ ਵਰਤ ਮੇਰੇ ਵਿੱਚ ਕੁਝ ਵੀ ਨਹੀਂ ਹੈ। ਭਾਈ ਸਾਹਿਬ ਜੀ ਨੇ ਇਹ ਛੰਦਾਬੰਦੀ ਨਾ ਸ਼ਬਦਾਂ ਦੇ ਅਰਥਾਂ ਚੋਂ ਕੱਢੀ ਆ। ਇਸੇ ਦਾ ਅਰਥ ਸ਼ਬਦ ਦੇਖ ਲਓ ਬਾਣੀ 'ਚ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਾਈ ਕੇਵਲ ਨਾਮ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਤੇ ਇੱਥੇ ਕੀ ਲਿਖਿਆ ਹੈ?
ਮੇਰੇ ਵਿੱਚ ਕੋਈ ਜਪ ਨਹੀਂ, ਤਪ ਨਹੀਂ, ਵਰਤ ਨਹੀਂ, ਕੋਈ ਚੰਗੇ ਕੰਮ ਨਹੀਂ ਹੈ ਮੇਰੇ ਵਿੱਚ। ਕਵ ਆਇਓ ਹੈ ਸ਼ਰਨ ਗਹੇ ਤਾਏ ਕੇ, ਚਰਨ ਗੁਰ ਤਾਰਨ ਤਰਨ ਨਿਜ ਹੱਥ ਦੇ ਬਚਾਈਐ। ਇਹ ਕਵੀ ਸੰਤੋਖ ਸਿੰਘ ਅੱਜ ਤੇਰੀ ਸ਼ਰਨ ਵਿੱਚ ਆ ਗਿਆ ਹੈ ਤੇ ਤੂੰ ਹੱਥ ਦੇ ਕੇ ਬਚਾ ਲੈ ਦੋਹਰਾ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾਰ। ਆਪਣੀ ਨਾਮ ਦੀ ਬੇੜੀ ਤੇ ਚਾੜ ਕੇ ਮੇਰੀਆਂ ਪੈਰਾਂ ਦੀਆਂ ਬੇੜੀਆਂ ਬੰਧਨ ਕੱਟ ਦਿਓ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਔਰ ਮਹਾਰਾਜ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਮੈਨੂੰ ਬਿਨਾ ਬੇਰੀ ਬਿਨਾ ਦੇਰ ਲਾਇਆ ਪਾਰ ਕਰ ਦੇ। ਦੋਹਰਾ ਸ਼ੂਨ ਸ਼ੂਨ ਗ੍ਰਹਿ ਆਤਮਾ ਸੰਮਤ ਆਦ ਪਛਾਨ। ਸੋ ਗੁਰੂ ਪਿਆਰਿਓ, ਸ਼ੂਨ ਸ਼ੂਨ ਭਾਵ ਕੋਈ ਵੀ ਥਾਂ ਐਸਾ ਖਾਲੀ ਨਹੀਂ ਹੈ ਜਿੱਥੇ ਉਹ ਪਰਮੇਸ਼ਰ ਨਹੀਂ ਹੈ। ਇੱਥੇ ਭਾਈ ਸਾਹਿਬ ਜੀ ਇੱਥੇ ਸੰਨ ਵੀ ਲਿਖਦੇ ਹੈ। ਸ਼ੂਨ ਸ਼ੂਨ 1900 ਭਾਵ 2 ਗ੍ਰਹਿ ਆਪਣੇ ਜਿਹੜੇ ਹਨ ਬਿੰਦੀਆਂ, ਗ੍ਰਹਿ ਨਾਇਆ ਆਤਮਾ ਇੱਕ, ਏਕਾ ਤੇ ਨਾਇਆ ਤੇ 2 ਬਿੰਦੀਆਂ ਬਣ ਗਿਆ 1900 ਸੰਮਤ ਸੀ। ਮਧੂ ਮਾਸ ਸ਼ਤਰਨ ਕਰ ਪਾ ਉਤਪਾਤ ਮਹਾਨ। ਔਰ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਜੇਠ ਦਾ ਮਹੀਨਾ ਸੀਗਾ ਜਦੋਂ ਇਹ ਕਥਾ ਆਰੰਭ ਕੀਤੀ। ਪਰੀ ਲੂਟ ਕਪਤਲ ਵਿਖੇ ਮਿਲੇ ਚੋਰ ਪਟਪਾਰ। ਮੈਂ ਗਿਆ ਸੀ ਕੈਂਥਲ ਦੇ ਵਿੱਚ ਜਿੱਥੇ ਮੈਨੂੰ ਕਈ ਤਰ੍ਹਾਂ ਦੇ ਲੋਕ ਠੱਗ ਚੋਰ ਵੀ ਮਿਲੇ। ਆਪੇ ਆਪ ਕੋ ਭਜ ਚਲੇ ਤਜਪੁਰ ਸਭ ਇੱਕ ਬਾਰ। ਉਹ ਸਾਰੇ ਆਪਣੀ ਹੀ ਮਹਿਮਾ ਕਰਨ ਵਾਲੇ ਸਨ। ਸਿੰਘ ਫਰੰਗੀ ਗੈਲ ਹੈ ਕੈਦ ਕਰੇ ਵਤ ਛੀਨ। ਔਰ ਫਰੰਗੀਆਂ ਨੇ ਸਿੰਘਾਂ ਨੂੰ ਫੜ ਲਿਆ, ਕੈਦ ਕਰ ਲਿਆ। ਸੰਤਨ ਕੇ ਅਸਥਾਨ ਪੇ ਲੂਟ ਕੋਟ ਪੈ ਦੀਨ। ਉਹਨਾਂ ਨੇ ਸੰਤਾਂ ਦੇ ਸਥਾਨ ਵੀ ਉਸ ਵੇਲੇ ਫਰੰਗੀਆਂ ਨੇ ਖਤਮ ਕਰ ਦਿੱਤੇ ਸੀ। ਆਸੇ ਅਪਦਾ ਕੇ ਦਿਨਨ ਮੈਂ ਸਤਿਗੁਰ ਭਏ ਸਹਾਈ। ਉਹਨਾਂ ਦਿਨਾਂ ਦੇ ਵਿੱਚ ਸਨ 1900 ਦੇ ਵਿੱਚ ਭਾਵ ਜਦੋਂ ਐਸਾ ਵਾਤਾਵਰਨ ਸੀ, ਪਰਮੇਸ਼ਰ ਨੇ ਗੁਰੂ ਨੇ ਕਿਰਪਾ ਕੀਤੀ। ਦੁਨੀਆ ਦੇ ਵਿੱਚ ਇਹ ਚੱਲ ਰਿਹਾ ਸੀਗਾ ਪਰ ਮੇਰੇ ਤੇ ਕਿਰਪਾ ਕਰਕੇ ਕੀ ਕੀਤਾ? ਪਿਓ ਨਾ ਬੰਕੋ ਬਾਰ ਪੀ ਦੇ ਹੱਥ ਬਚਾਏ। ਮੇਰਾ ਨਹੀਂ ਬਾਲ ਵਿੰਗਾ ਹੋਇਆ, ਭਾਵੇਂ ਕਿ ਬਹੁਤ ਉਹਨਾਂ ਲੋਕਾਂ ਨੇ ਨੁਕਸਾਨ ਕੀਤੇ, ਮੁਗਲਾਂ ਨੇ, ਫਰੰਗੀਆਂ ਨੇ, ਪਰ ਮੇਰਾ ਬਾਲ ਵਿੰਗਾ ਨਹੀਂ ਹੋਇਆ। ਚੌਥੇ ਸੇ ਆਪਨ ਬਿਰਾਨ ਨਰ ਦੁਸ਼ਮਨ ਪੇ ਤਿਸ ਕਾਲ। ਔਰ 4 ਛਪੇਰੇ ਆਪਣੇ ਬਗਾਨੇ ਦੀ ਕੋਈ ਜਿਹੜੀ ਹੈ ਆਪਸ ਵਿੱਚ ਪਛਾਣ ਨਹੀਂ ਸੀ ਰਹੀ। 4 ਛਪੇਰੇ ਕਾਲ ਮੌਤ ਹੀ ਮੌਤ ਸੀ। ਮਮ ਰੱਛਾ ਸਤਿਗੁਰ ਕਰੇ ਸਾਮੈ ਬਿਦਤ ਹਵਾਲ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਮੇਰੀ ਰੱਖਿਆ ਕੀਤੀ, ਇਹ ਸਾਰਿਆਂ ਨੂੰ ਪਤਾ ਹੈ। ਸਾਵਨ ਮੇਂ ਇਸ ਗ੍ਰੰਥ ਕੇ ਭਈ ਸਮਾਪਤ ਆਏ। ਸਾਉਣ ਦਾ ਮਹੀਨਾ ਕਮਾਲ ਹੋ ਗਈ। ਸਾਉਣ ਦੇ ਮਹੀਨੇ ਵਿੱਚ ਭਾਈ ਸਾਹਿਬ ਨੇ ਸੰਪੂਰਨ ਕੀਤਾ ਤੇ ਅੱਜ ਵੀ ਸਾਉਣ ਹੀ ਚੱਲ ਰਿਹਾ। ਕਹੋ ਸਤਿਨਾਮ। ਸ੍ਰੀ ਵਾਹਿਗੁਰੂ। ਇਹ ਦੇਖੋ ਕੈਸਾ ਸੰਜੋਗ ਆ, ਗੁਰੂ ਕਿਰਪਾ ਸਦਕਾ। ਭਾਈ ਸਾਹਿਬ ਜੀ ਕਹਿੰਦੇ ਸਾਵਣ ਦੇ ਮਹੀਨੇ ਵਿੱਚ ਮੈਂ ਗ੍ਰੰਥ ਪੂਰਾ ਕੀਤਾ ਸੀਗਾ। ਸਿੱਖੋ, ਜਦੋਂ ਫਰੰਗੀਆਂ ਨੇ ਸਿੰਘਾਂ ਤੇ ਬੜੇ ਤਸ਼ੱਦਦ ਕੀਤੇ ਸੀ ਪਰ ਮੇਰਾ ਪਰਮੇਸ਼ਰ ਗੁਰੂ ਕਿਰਪਾ ਸਦਕਾ ਬਾਲ ਵਿੰਗਾ ਨਹੀਂ ਹੋਇਆ। ਸਾਉਣ ਦੇ ਮਹੀਨੇ ਵਿੱਚ ਮੈਂ ਕਥਾ ਪੂਰੀ ਕੀਤੀ ਆ। ਵਿਗਨ ਬਿਰਿੰਦ ਤੇ ਬਚ ਰਹੇ ਸ਼੍ਰੀ ਕਰਤਾਰ ਸਹਾਏ। ਸਾਰੇ ਵਿਗਨਾਂ ਤੋਂ ਕਰਤਾਰ ਨੇ ਆਪ ਹੱਥ ਦੇ ਕੇ ਬਚਾਉਣਾ ਕੀਤਾ ਜੀ। ਦਾਸ ਜਾਨ ਕਰ ਆਪਨੋ ਜੁਗ ਲੋਕਨ ਸੁਖ ਦੇਨ। ਹਾਂ, ਮੈਨੂੰ ਆਪਦਾ ਸੇਵਕ ਜਾਣ ਕੇ, ਪ੍ਰੀਤਮ ਜੀ ਕਹਿ ਰਹੇ ਹਨ ਭਾਈ ਸੰਤੋਖ ਸਿੰਘ ਕਵੀ, ਮੈਨੂੰ ਆਪਣਾ ਬੱਚਾ ਜਾਣ ਕੇ, ਦਾਸ ਸੇਵਕ ਜਾਣ ਕੇ ਮੈਨੂੰ ਦੋਏ ਲੋਕਾਂ ਦੇ ਸੁੱਖ ਬਖਸ਼ ਦੇ। ਤੇ ਸੁੱਖ ਜ਼ਰੂਰੀ ਨਹੀਂ ਪੈਸੇ ਵਿੱਚ ਹੈ, ਨਾ ਸੁੱਖ ਵਿੱਚ ਵਿਚਾਰ ਦੇ, ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਪੈਸੇ ਵਾਲਾ ਕਹੇ ਤੇ ਪੈਸੇ ਵਾਲੇ, ਬਹੁਤ ਪੈਸੇ ਵਾਲੇ ਵੀ ਦੁਖੀ ਆ। ਤਾਂ ਇੱਥੇ ਸੁੱਖ ਜਿਹੜਾ ਆਤਮਿਕ ਸੁੱਖ ਸੰਤੋਖ ਸਿੰਘ ਨੂੰ ਮਿਲਿਆ। ਕਹਿੰਦੇ ਮੈਨੂੰ ਆਪਣਾ ਦਾਸ ਜਾਣ ਕੇ ਦੋਹਾਂ ਲੋਕਾਂ ਦੇ ਸੁੱਖ ਬਖਸ਼ ਦਿੱਤੇ। ਰਾਖੇ ਦੇ ਕਰ ਹੱਥ ਗੁਰ ਭਈ ਕਸ਼ਲ ਸਭ ਚੈਨ। ਹਾਂ, ਕੁਸ਼ਲ ਸੁੱਖ ਸਾਂਦ ਨਾਲ ਇਹ ਗ੍ਰੰਥ ਮੇਰਾ ਪੂਰਾ ਹੋਇਆ ਤੇ ਅੱਜ ਵੀ ਸੁੱਖ ਸਾਂਦ ਨਾਲ ਸੰਪੂਰਨ ਹੋਇਆ। ਔਰ ਮਹਾਂਪੁਰਸ਼ਾਂ ਨੇ ਆਪਾਂ ਨੂੰ ਸ਼ੀਰ ਦੇਣ ਵਾਸਤੇ ਆਉਣਾ ਕੀਤਾ। ਗੁਰੂ ਪਾਤਸ਼ਾਹ ਦਾ ਆਸ਼ੀਰਵਾਦ ਆਪਾਂ ਲੈ ਰਹੇ ਹਾਂ। ਇਹ ਕਥਾ ਇੱਥੇ ਸੰਪੂਰਨ ਹੋਈ। ਔਰ ਮੈਂ ਵੀ ਦੋਨੇ ਹੱਥ ਬੰਨ੍ਹ ਕੇ ਸੰਗਤਾਂ ਅੱਗੇ ਸਭ ਬੇਨਤੀਆਂ ਕਰਦਾ ਕਿ ਜਿਸ ਤਰ੍ਹਾਂ ਇਹ ਕਥਾ ਪਿਛਲੇ 5-6 ਸਾਲਾਂ ਤੋਂ ਆਰੰਭ ਕੀਤੀ ਔਰ ਲੜੀਵਾਰ ਚੱਲਦੀ ਰਹੀ, ਸਤਿਗੁਰੂ ਆਪ ਸਿਰ ਤੇ ਹੱਥ ਰੱਖ ਕੇ ਹਰ ਸਵੇ ਸੇਵਾ ਲੈਂਦੇ ਰਹੇ। ਇਹ ਕਥਾ ਸੰਪੂਰਨ ਹੋਈ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ, ਹਾਂ ਮਹਾਂਪੁਰਸ਼ਾਂ ਨੂੰ, ਬਾਬਾ ਜੀ ਨੂੰ, ਉਸ ਤੋਂ ਬਾਅਦ ਭਾਈ ਸਾਹਿਬ ਜੀ ਆਪਣਾ ਸਮਾਂ ਲਾਉਣਗੇ। ਤੁਸੀਂ ਬਾਬਾ ਜੀ ਨੂੰ ਜਗ੍ਹਾ ਦਿਓ।
तो बाबा जी आप जी नाल विचारां साझीਆਂ करनगे। आओ हाँ इत्थे आ जी, इत्थे आए बाबा जी, इत्थे बैठ। आओ महापुरुष बाबा हजूरा सिंह जी ख्याली वाले जो बठिंडे शहर दे विच गुरबाणी की कथा का प्रवाह चला रहे हैं। अज खास करके बेनती की महाराज साडा एक कार सिरे ते लगे है तो आखिरी शोहां तुसी दे दो कि ये साडे महापुरुष भी है, साडे महान है गुरु प्यारो बठिंडे वास्ते एक हीरा है साडे कोल। आओ मैं बेनती करा बाबा जी नूं कि अपने विचार इस कथा के प्रति संतोख सिंह के प्रति जैसा भी तुहाडा ख्याल है संगतां नाल साझे करो जी। वाहिगुरू जी का खालसा वाहिगुरू जी की फतेह। वाहिगुरू जीओ जेता जियो पिंड सब तेरा तूं अंतर जामी पुरख भगवान दासन दास कहे जन नानक जेहा तू कराए है तेहा हाँ करी बखियान बेसुमार अथाह अगंत्य अतुल ज्यों बुलाव हो त्यों नानक दास बोले। हाँ लाइट बंद करें और ट्यूब बंद करें। सतगुरां दी पवित्र गोद दा निग मान रहे सतसंगी जनों प्यार नाल आखो सारे वाहिगुरू जी का खालसा वाहिगुरू जी की फतेह। सिख जदों गुरु की हजूरी विच बैठदा है ਉਹਦੇ वास्ते बड़ा सुभाग समा हुंदा है। किवें हुंदा सुभाग समा तन मन होए निहाल जां गुर देखां सामने। फिर सतगुरु जी कहते ने दर्शन परसिया गुरु कै 8 7 मज्जण होए। जिवें 68 तीर्थां दा इशनान कर लिया इन्ना ही फल है गुरु के दर्शन करने का। बड़ा औखा है 68 तीर्थां से इशनान करना पर सिख ते गुरु ने कृपा कर दी बहुत सौखा ही रस्ता दस दिता कि तू गुरु के दर्शन कर 68 तीर्थां का महात्म तेनों घर बैठे ही प्राप्त हो जाएगा। फिर एक उत्तम पंथ सुनियो गुर संगत तेह मिलंत जाम त्रास मिटाई। ऐसी सतसंगत भी सतगुरां ने बख्शिश की जो उत्तम रस्ता है जिहदे विच बैठण नाल जमां दा डर मिट जाता है। ऐसा भी सतगुरां ने सुभाग आपां नूं बख्शिश कीता है। ये एक महान कृपा हुई है जो 5-6 साल तो भाई गुरचरण सिंह के सिर ते हथ रखिया सतगुरां ने, क्योंकि कथा जिहड़ी करनी है ना बड़ी औखी गल है। कथा तां ही हुंदी है जे गुरु साहब आप कृपा कराउण, क्योंकि इस कथा नूं अकथ कहना कीता सतगुरां ने। ये अकथ का अर्थ हुंदा जिहड़ी कथनी ना कीती जावे। वैसे तो संपूर्ण तौर पर गुरु साहब की कथा करनी इनू अकथ ही कहांगे नहीं हो सकती, पर सतगुरां ने कृपा की। ये भाई गुरचरण सिंह के सिर ते मेहर भरिया हथ धारण करके आप सेवा कोई 5-6 साल का वक्त लगे। दूसरी सतगुरु जी कहते ने जो हर की हर कथा सुनावै अण दिन फिरो तिस पिछे विरागी। जिहड़े हरि की कथा सुनावे गुरबाणी भी है तो गुरबाणी के नाल साडा इतिहास भी है। गुरबाणी विच किते भी साडा इतिहास जिवें गुरु साहब जी का कित्थे प्रकाश होया ये ऐसा किते भी लिखिया नहीं मिलता। ये सानू सारा कुछ इतिहास विचों मिलता है जो भाई संतोख सिंह जी ने महान कृपा करके ये लिखिया। तो बड़ी वड्डी उन्हां दी घालना है ये इतिहास नूं लिखण पिछे। निमरता किन्नी कुछ सी उन्हां विच। एक मैं उन्हां दा जिक्र करके, क्योंकि समा तो समाप्ति का ही है, आपां समाप्ति वल चलना है। जदों कैंथल रह के राजा उदय सिंह कोल इतिहास लिख रहे सन, एक पंडित ने आके ये गल कही कि जिहड़ा तुहाडा विद्वान रखिया साडे नाल चर्चा करे, मेरे नाल चर्चा करे।
ਤੇ ਰਾਜੇ ਨੇ ਕਹਿ ਦਿੱਤਾ ਆ ਜਾਈ ਜਦੋਂ ਮਰਜੀ। ਉਹ ਤਾਂ ਮਹਾਨ ਵਿਦਵਾਨ ਹਨ। ਕਹਿੰਦੇ ਪੰਡਤ ਆ ਗਿਆ ਕਿ ਭਾਈ ਸਾਹਿਬ ਨੂੰ ਜਦੋਂ ਪਤਾ ਲੱਗਿਆ, ਇੱਕ ਹੱਥ ਵਿੱਚ ਕਹਿੰਦੇ ਉਹਨਾਂ ਨੇ ਪੱਗ ਲੈ ਲਈ, 25 ਰੁਪਏ ਲੈ ਲੈ ਕੋਲ, ਤੇ ਪੰਡਤ ਨੂੰ ਜਾ ਕੇ ਕਹਿਣ ਲੱਗੇ ਮੈਂ ਤੈਨੂੰ 25 ਰੁਪਏ ਮੱਥਾ ਟੇਕ ਦਿੰਨੇ, ਨਾਲੇ ਤੈਨੂੰ ਪੱਗ ਦੇ ਦਿੰਨੇ, ਤੇ ਤੂੰ ਚਰਚਾ ਨਾ ਕਰ। ਉਹਨੂੰ ਹੰਕਾਰ ਹੋ ਗਿਆ ਕਿ ਡਰ ਗਿਆ ਮੇਰੇ ਕੋਲੋਂ, ਇਹਨੂੰ ਕੁਝ ਆਉਂਦਾ ਨਹੀਂ। ਉਹ ਕਹਿਣ ਲੱਗਾ ਨਹੀਂ ਮੈਂ ਤਾਂ ਚਰਚਾ ਹੀ ਕਰਾਂਗਾ। ਤੇ ਪੰਡਤ ਉੱਠਿਆ, ਰਾਜੇ ਨੂੰ ਜਾ ਕੇ ਕਹਿੰਦਾ ਤੁਹਾਡਾ ਜਿਹੜਾ ਵਿਦਵਾਨ ਹੈ ਨਾ, ਜਿਹਨੂੰ ਤੁਸੀਂ ਬਹੁਤ ਭਾਰੀ ਖਰਚਾ ਦਿੰਦੇ ਹੋ, ਉਹ ਤਾਂ ਡਰ ਗਿਆ ਮੇਰੇ ਨਾਲ ਚਰਚਾ ਕਰਨ ਤੋਂ। ਮੈਨੂੰ 25 ਰੁਪਏ ਤੇ ਪੱਗ ਮੱਥਾ ਟੇਕ ਰਿਹਾ ਸੀ, ਪਰ ਮੈਂ ਮੰਨਿਆ ਨਹੀਂ, ਮੈਂ ਤਾਂ ਚਰਚਾ ਹੀ ਕਰਾਂਗਾ। ਸਮਾਂ ਆਇਆ ਚਰਚਾ ਦਾ, ਤੇ ਹੁਣ ਭਾਈ ਸਾਹਿਬ ਤੇ ਗੁਰੂ ਦੀ ਕਿਰਪਾ ਸੀ ਭਾਈ ਸੰਤੋਖ ਸਿੰਘ ਜੀ ਤੇ ਪੰਡਤ ਹਰ ਗਿਆ। ਪੰਡਤ ਦਾ ਕੁਝ ਵੀ ਨਾ ਵਟਿਆ ਗਿਆ ਸਭਾ ਵਿੱਚ। ਇਹ ਰਾਜਾ ਉਦੈ ਸਿੰਘ ਭਾਈ ਸਾਹਿਬ ਨੂੰ ਪੁੱਛਦਾ ਹੈ ਤੁਸੀਂ ਐਡੇ ਵਿਦਵਾਨ, ਤੁਹਾਡੇ ਅੱਗੇ ਪੰਡਤ ਬੋਲ ਹੀ ਨਹੀਂ ਸਕਿਆ, ਕੋਈ ਪ੍ਰਸ਼ਨ ਹੀ ਨਹੀਂ ਕਰ ਸਕਿਆ, ਤੇ ਫਿਰ ਤੁਸੀਂ ਇਹ ਗੱਲ ਕਿਉਂ ਕੀਤੀ? ਉਹਨੂੰ ਪੱਗ ਵੀ ਦਿੰਦੇ ਸੀ, 25 ਰੁਪਏ ਵੀ ਦਿੰਦੇ ਸੀ। ਕਹਿੰਦੇ ਮੇਰੇ ਮਨ ਵਿੱਚ ਇਹ ਖਿਆਲ ਸੀ ਕਿ ਪੰਡਤ ਦੀ ਸਭਾ ਵਿੱਚ ਨਿਰਾਦਰੀ ਨਾ ਹੋਵੇ। ਮੈਂ ਇਹ ਚਾਹੁੰਦਾ ਸੀ, ਇੰਨੇ ਨਰਮ ਦਿਲ ਸਨ। ਇਸ ਪੰਡਤ ਦੀ ਸਭਾ ਦੇ ਵਿੱਚ ਨਿਰਾਦਰੀ ਨਾ ਹੋਵੇ, ਮੇਰਾ ਖਿਆਲ ਤਾਂ ਇਹ ਸੀ, ਪਰ ਕੀ ਕੀਤਾ ਜਾਏ, ਜੋ ਹੋਣਾ ਹੋ ਕੇ ਰਹਿੰਦਾ। ਐਸਾ ਉਹਨਾਂ ਨੇ, ਮੈਂ ਰਾਤ ਕਥਾ ਸੁਣ ਰਿਹਾ ਸੀ ਪਟਨਾ ਸਾਹਿਬ ਤੋਂ, ਤੁਸੀਂ ਵੀ ਸੁਣੀ ਹੋਏਗੀ। ਉੱਥੋਂ ਦੇ ਜਥੇਦਾਰ ਬੋਲ ਰਹੇ ਸਨ ਕਿ ਸਾਨੂੰ ਹੁਕਮ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਮੱਥਾ ਟੇਕੀਏ। ਜੇ ਕਿਤੇ ਸਾਨੂੰ ਹੁਕਮ ਹੁੰਦਾ ਨਾ, ਫਿਰ ਭਾਈ ਗੁਰਦਾਸ ਜੀ ਦੇ ਵਾਰਾਂ ਨੂੰ ਵੀ ਮੱਥਾ ਟੇਕਦੇ, ਭਾਈ ਨੰਦ ਲਾਲ ਦੀਆਂ ਗਜ਼ਲਾਂ ਨੂੰ ਵੀ ਮੱਥਾ ਟੇਕਦੇ, ਤੇ ਉੱਥੇ ਮੈਂ ਗੁਰਪ੍ਰਤਾਪ ਸੂਰਜ ਨੂੰ ਵੀ ਮੱਥਾ ਟੇਕ ਦੇਣਾ ਸੀ, ਜੇ ਸਾਨੂੰ ਕਿਤੇ ਕਿਹਾ ਹੁੰਦਾ। ਸਾਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਬਿਨਾਂ ਕਿਸੇ ਨੂੰ ਮੱਥਾ ਟੇਕਣਾ ਨਹੀਂ। ਜਥੇਦਾਰ ਪਟਨਾ ਸਾਹਿਬ ਜੀ ਦੇ ਬਚਨ ਨੇ ਰਾਤ ਦੀ ਕਥਾ ਵਿੱਚ ਬੋਲ ਰਹੇ ਸਨ। ਇਸ ਲਈ ਜਿੰਨਾ ਕੁ ਜਸ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਜੀ ਦਾ ਕੀਤਾ ਹੈ, ਇਕੱਲੇ ਇਕੱਲੇ ਅੰਗ ਦਾ, ਗੁਰੂ ਸਾਹਿਬ ਜੀ ਦੀਆਂ ਅੱਖਾਂ ਕਿਹੋ ਜਿਹੀਆਂ ਸਨ, ਨਹੁੰ ਕਿਹੋ ਜਿਹੇ ਸਨ, ਕੋਈ ਦੁਨੀਆ ਦਾ ਵੀ ਐਸਾ ਵਿਦਵਾਨ ਹੋਇਆ ਹੀ ਨਹੀਂ ਜਿਨ੍ਹੇ ਇੰਨੀ ਉਸਤਤ ਕੀਤੀ ਹੋਵੇ। ਅੱਜ ਕਈ ਸਾਡੇ ਭਰਾ ਕਹਿੰਦੇ ਹਨ ਇਹ ਕਰਨੀ ਨਹੀਂ ਚਾਹੀਦੀ ਕਥਾ, ਇਹਦੇ ਵਿੱਚ ਬਹੁਤ ਕੁਛ ਐਸਾ ਲਿਖਿਆ ਹੈ। ਮੈਂ ਇਹੀ ਕਹਾਂਗਾ ਕਿ ਆਪਣੀ ਬੁੱਧੀ ਵਿੱਚ ਹੀ ਫਰਕ ਹੋ ਸਕਦਾ, ਆਪਾਂ ਸਮਝ ਨਹੀਂ ਸਕਦੇ। ਜਿੱਥੇ ਉਹ ਸ਼ਾਰਦਾ ਜਾਂ ਭਵਾਨੀ ਲਿਖਦੇ ਨੇ, ਉੱਥੇ ਕਿਸੇ ਦੇਵੀ ਦਾ ਨਾਮ ਨਹੀਂ, ਉਹ ਤਾਂ ਅਕਾਲ ਪੁਰਖ ਦੀ ਸ਼ਕਤੀ ਨੂੰ ਹੀ ਸ਼ਾਰਦਾ ਭਵਾਨੀ ਆਦਿ ਕਹਿੰਦੇ ਹਨ। ਜਿੱਥੇ ਵੀ ਉਹਨਾਂ ਨੇ ਅਕਾਲ ਪੁਰਖ ਨੂੰ, ਐਸੇ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਉਹਨਾਂ ਦਾ ਇਤਿਹਾਸ 1900 ਦੇ ਵਿੱਚ ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪਾਂ ਸੁਣ ਰਹੇ ਹਾਂ, ਤੇ ਹੁਣ 2000 ਤੋਂ ਉੱਤੇ ਚੱਲ ਰਿਹਾ ਹੈ। 222 ਸਾਲ ਹੋ ਗਏ। ਉਦੋਂ ਦੀ ਕਥਾ ਸਾਰੇ ਤਖਤਾਂ 'ਤੇ, ਸਾਰੇ ਵੱਡੇ ਅਸਥਾਨਾਂ 'ਤੇ ਹੋ ਰਹੀ ਹੈ। ਕਿਸੇ ਵਿਦਵਾਨ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕਥਾ ਗਲਤ ਹੈ। ਅੱਜ ਨਵੇਂ ਕੁਝ ਉੱਠੇ ਨੇ ਜਿਹੜੇ ਇਸ ਦੇ ਵੀ ਟੀਕਾ ਟਿੱਪਣੀ ਕਰ ਰਹੇ ਨੇ। ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਮਹਾਂਪੁਰਖ ਦੀ ਸੰਗਤ ਨਹੀਂ ਕੀਤੀ ਉਹਨਾਂ ਨੇ, ਆਪਣੇ ਆਪ ਹੀ ਪੜ੍ਹਨ ਲੱਗ ਪਏ। ਜੇ ਕਿਸੇ ਵਿਦਵਾਨ ਕੋਲ ਬੈਠ ਕੇ ਪੜ੍ਹਿਆ ਹੋਵੇ ਨਾ, ਉਹ ਫਿਰ ਜ਼ਰੂਰ ਦੱਸੇ ਕਿ ਜਿਹਨੂੰ ਇਹ ਭਾਈ ਸਾਹਿਬ ਮੰਗਲਾਚਰਨ ਜੀ ਦਾ ਕਰ ਰਹੇ ਨੇ, ਉਹ ਹੋਰ ਕਿਸੇ ਦਾ ਨਹੀਂ, ਕੇਵਲ ਅਕਾਲ ਪੁਰਖ ਦਾ ਹੀ ਹੈ। ਤੇ ਅਕਾਲ ਪੁਰਖ ਦੀ ਸ਼ਕਤੀ ਦਾ ਵਰਣਨ ਹੈ, ਉਹਦੀ ਕੁਦਰਤ ਦਾ ਹੀ ਵਰਣਨ ਹੈ। ਇਸ ਲਈ ਮੈਂ ਜਿੱਥੇ ਭਾਈ ਗੁਰਚਰਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਕਥਾ ਕੀਤੀ ਹੈ, ਇਹ ਹੋਈ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੈ। ਉੱਥੇ ਸਾਡੇ ਹੈੱਡ ਗ੍ਰੰਥੀ ਸਾਹਿਬ ਭਾਈ ਜਗਤਾਰ ਸਿੰਘ, ਇਹ ਵੀ ਕੁਝ ਸਮਾਂ ਇੱਥੇ ਸੇਵਾ ਰਹੀ ਹੈ, ਇਹ ਵੀ ਸੰਗਤਾਂ ਨੂੰ ਕਥਾ ਸੁਣਾਉਂਦੇ ਰਹੇ ਨੇ। ਇਹਨਾਂ ਦਾ ਵੀ ਧੰਨਵਾਦ। ਸਮੇਂ ਸਮੇਂ ਅਨੁਸਾਰ ਇੱਥੇ ਜਿਹੜੇ ਸਾਡੇ ਪ੍ਰਬੰਧਕ ਮੈਨੇਜਰ ਸਾਹਿਬ ਆਉਂਦੇ ਰਹੇ ਹਨ, ਉਹਨਾਂ ਦਾ ਵੀ ਵੱਡਾ ਸਹਿਯੋਗ ਰਿਹਾ ਹੈ। ਜਿਵੇਂ ਕਿ ਭਾਈ ਗੁਰਬਖਸ਼ ਸਿੰਘ ਜੀ ਪਹਿਲਾਂ ਇੱਥੇ ਰਹੇ ਨੇ, ਉਹਨਾਂ ਦੇ ਸਮੇਂ ਵਿੱਚ ਇੱਥੇ ਜੋ ਗੁਰਬਾਣੀ ਦੀ ਲੜੀਵਾਰ ਕਥਾ ਚੱਲਦੀ ਸੀ, ਉਸ ਦਾ ਭੋਗ ਪਿਆ। ਹਾਂਜੀ, ਹੁਣ ਭਾਈ ਸੁਮੇਰ ਸਿੰਘ ਜੀ ਇੱਥੋਂ ਦੇ ਪ੍ਰਬੰਧਕ ਮੈਨੇਜਰ ਹਨ। ਇਹਨਾਂ ਦੇ ਸਮੇਂ ਵਿੱਚ ਆ ਕੇ ਗੁਰਪ੍ਰਤਾਪ ਸੂਰਜ ਦਾ ਅੱਜ ਜੋ ਸਮਾਪਤੀ ਹੋਈ ਹੈ,
ਇਹ ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹ ਆਪਾਂ ਆਓ ਪਹਿਲਾਂ 5 ਵਾਰ ਮੂਲ ਮੰਤਰ ਪੜ੍ਹੀਏ ਤੇ ਫਿਰ ਅਗਲੀ ਕਥਾ ਦੀ ਜਿਹੜੀ ਆਰੰਭਤਾ ਹੈ ਇੱਕ ਸ਼ਲੋਕ ਦੇ ਅਰਥ ਕਰਕੇ ਆਪਾਂ ਆਰੰਭ ਕਰਾਂਗੇ। ਆਓ ਸਾਰੇ ਪਿਆਰ ਨਾਲ ਬੋਲੋ। ਇੱਕ ਓੰਕਾਰ, ਇੱਕ ਓੰਕਾਰ, ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਆਦ ਸੱਚ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ, ਇੱਕ ਓੰਕਾਰ, ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਸੱਚ ਨਾਨਕ ਹੋਸੀ ਵੀ ਸੱਚ। ਨਾਨਕ ਹੋਸੀ ਵੀ ਸੱਚ। ਓੰਕਾਰ, ਇੱਕ ਓੰਕਾਰ, ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹੋਸੀ ਵੀ ਸੱਚ। ਇੱਕ ਓੰਕਾਰ, ਇੱਕ ਓੰਕਾਰ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਹੋਸੀ ਵੀ ਸੱਚ। ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ, ਇੱਕ ਓੰਕਾਰ, ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਨਾਨਕ ਹੋਸੀ ਵੀ ਵਾਹਿਗੁਰੂ ਗੁਰੂ ਵਾਹਿਗੁਰੂ 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 ਵਾਹਿਗੁਰੂ। ਹਾਂਜੀ। ਦੋਹਰਾ ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਭਾਈ ਸਾਹਿਬ ਕਿਰਪਾ ਕਰਕੇ ਆਪਣਾ ਨਿਸ਼ਚਾ ਜਿਹੜਾ ਹੈ ਨਾ ਉਹਦਾ ਵਰਣਨ ਕਰਦੇ ਹਨ ਪਹਿਲੇ ਸ਼ਲੋਕ ਦੇ ਵਿੱਚ ਆਰੰਭਤਾ ਵਿੱਚ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਸੰਖੇਪ ਜਿਹਾ ਕਰਕੇ ਸੁਣਾਵਾਂ। ਏਕ ਓੰਕਾਰਾ ਤੋਂ ਭਾਵ ਜਿਹੜੇ ਸਤਿਗੁਰਾਂ ਨੇ ਇੱਕ ਓੰਕਾਰ ਤੋਂ ਬਾਣੀ ਆਰੰਭ ਕੀਤੀ ਉਹਨਾਂ ਦੀ ਕਿਰਪਾ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਫਿਰ ਦੂਸਰੇ ਨੰਬਰ 'ਤੇ ਕਹਿੰਦੇ ਨੇ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸਣ ਸੋਏ। ਜਿਨ੍ਹਾਂ ਨੇ ਸ੍ਰੀ ਵਾਹਿਗੁਰੂ ਜੀ ਦੀ ਕਹਿ ਕੇ ਬਾਣੀ ਆਰੰਭ ਕੀਤੀ ਦਸਮ ਪਾਤਸ਼ਾਹ ਨੇ, ਮੈਂ ਉਹਨਾਂ ਦਾ ਵੀ ਮੰਗਲ ਕਰਦਾ ਜਿਹਦਾ ਮੰਗਲ ਕਰਨ ਨਾਲ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਜਿਵੇਂ ਇੱਕ ਕੜਾਹਾ ਹੁੰਦਾ ਨਾ, ਉਹ ਅਲੰਕਾਰ ਵਰਤਿਆ ਦੋਨਾਂ ਕੁੰਡਿਆਂ ਤੋਂ ਪਕੜ ਲਈਏ ਨਾ, ਵਿਚਾਲਾ ਆਪੇ ਚੁੱਕਿਆ ਜਾਂਦਾ ਹੈ। ਏਕ ਓੰਕਾਰਾ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕੋ ਓੰਕਾਰ ਤੋਂ ਜਪਜੀ ਸਾਹਿਬ ਜੀ ਦੀ ਆਰੰਭਤਾ ਕੀਤੀ। ਇਹ ਦਸਮ ਪਾਤਸ਼ਾਹ ਨੇ
ਜਿਹੜੀ ਆਰੰਭਤਾ ਬਾਣੀ ਦੀ ਕੀਤੀ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਆਰੰਭ ਕੀਤੀ। ਭਾਈ ਸਾਹਿਬ ਕਹਿੰਦੇ ਨੇ, ਮੈਂ ਉਹਨਾਂ ਨੂੰ ਵੰਦਨਾ ਕਰਦਾ ਜਿਨ੍ਹਾਂ ਨੇ ਇੱਕ ਓੰਕਾਰ ਤੋਂ ਬਾਣੀ ਆਰੰਭ ਕੀਤੀ ਅਤੇ ਜਿਨ੍ਹਾਂ ਨੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਆਰੰਭ ਕੀਤੀ। ਭਾਵ ਦਸਮ ਪਾਤਸ਼ਾਹ ਅਤੇ ਜਿਹੜੇ ਵਿਚਾਲੇ ਪਾਤਸ਼ਾਹੀਆਂ 8 ਹੈ, ਉਹਨਾਂ ਨੂੰ ਆਪਣੇ ਆਪ ਨਮਸਕਾਰ ਹੋ ਜਾਂਦੀ ਹੈ। ਜਿਵੇਂ ਕੜਾਹੇ ਦੇ 2 ਕੁੰਡੇ ਪਕੜ ਲਈਏ, ਥੱਲੇ ਆਪ ਹੀ ਚੱਕਿਆ ਜਾਂਦਾ। ਇਹ ਭਾਈ ਸਾਹਿਬ ਜੀ ਦਾ ਨਿਸ਼ਚਾ ਹੈ ਕਿ ਮੇਰੀ ਉਹਨਾਂ ਸਾਰੇ ਸਤਿਗੁਰਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਬਾਣੀ ਇੱਕ ਓੰਕਾਰ ਤੋਂ ਆਰੰਭ ਕੀਤੀ ਅਤੇ ਫਿਰ 10ਵੇਂ ਸਰੂਪ ਵਿੱਚ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਆਰੰਭ ਕੀਤੀ, ਜਿਹੜੀ ਵਿਘਨਾਂ ਨੂੰ ਨਾਸ਼ ਕਰਨ ਵਾਲੀ ਹੈ। ਇਹ ਸੰਖੇਪ ਅਰਥ ਹਨ ਪਹਿਲੇ ਸ਼ਲੋਕ ਦੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ, ਸਮਾਂ ਵੀ ਸਮਾਪਤੀ ਦਾ ਹੈ। ਆਨੰਦ ਸਾਹਿਬ ਦਾ ਪਾਠ, ਫਿਰ ਉਸ ਤੋਂ ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਆਏ ਨੇ, ਉਹ ਅਰਦਾਸ ਕਰਨਗੇ। ਫਿਰ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਦਾ ਸਨਮਾਨ ਵੀ ਕੀਤਾ ਜਾਣਾ ਸੰਗਤਾਂ ਵੱਲੋਂ। ਸੋ ਆਓ ਆਨੰਦ ਸਾਹਿਬ ਜੀ ਦਾ ਪਾਠ ਸਾਰੀ ਸੰਗਤ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲ ਨਾਲ। ਰਹੋ ਤੂੰ ਮਨ ਮੇਰੇ। ਲੋਕ ਸਭ ਵਿਸਾਰਨਾ, ਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਹਿਬਾ ਕਿਆ ਨਾਹੀ ਕਰ ਤੇਰਾ। ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਿਵਸਾ ਲਾਹ ਤੇਰੀ, ਮਨ ਵਸਾਵੇ। ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ। ਸੱਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ। ਜਿਨ ਦੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਇਸਲੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ। ਸਦਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ। ਕੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਕਰ ਅਨਹਦ ਵਾਜੇ, ਆਨੰਦ ਸੁਨੋ ਵਡ ਭਾਗਿਓ। ਮਨੋਰਥ ਪੂਰੇ, ਔਰ ਬ੍ਰਹਮ ਪ੍ਰਭ ਪਾਇਆ। ਸਗਲ ਵਿਸੂਰੇ, ਦੁਖ ਰੋਗ ਸੰਤਾਪੇ ਉਤਰੈ। ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ। ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ। ਗੁਰ ਰਹਿਆ ਪਰ ਪੂਰੇ, ਮਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੀ ਅਨਹਦ ਟੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਗੁਰ ਰਹਿਆ ਪਰ ਪੂਰੇ, ਮਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੀ ਅਨਹਦ ਟੂਰੇ, ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ। ਤਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ। ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ। ਆਚੇ ਧਰਮ ਹਦੂਰ, ਕਰਮੀ ਆਪੋ ਆਪਣੀ। ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਦੀ ਛੁੱਟੀ ਨਾਲ, ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਦੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਠਕ